ਮਾਸਟਰ ਗੇਟ ਫਿਜ਼ਿਕਸ ਦੀ ਪ੍ਰੀਪਰੇਸ਼ਨ ਅਸੀਂ ਸਟਾਰਟ ਕਰ ਰਹੇ ਹਾਂ ਯੂਨਿਟ ਮਕੈਨਿਕਸ ਤੋਂ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਚੈਪਟਰ ਮਕੈਨਿਕਸ ਆਫ ਪਾਰਟੀਕਲ, ਜਿਸ ਵਿੱਚ ਅਸੀਂ ਅੱਜ ਦੇ ਲੈਕਚਰ ਵਿੱਚ ਪੜਾਂਗੇ ਕੋਆਰਡੀਨੇਟ ਸਿਸਟਮ ਬਾਰੇ। ਕੋਆਰਡੀਨੇਟ ਸਿਸਟਮ ਸਾਨੂੰ ਪਤਾ ਯੂਜ਼ ਕਰਦੇ ਹਾਂ ਅਸੀਂ ਕਿਸੇ ਅਨਨੋਨ ਪੁਆਇੰਟ ਦੀ ਲੋਕੇਸ਼ਨ ਨੂੰ ਪਤਾ ਕਰਨ ਲਈ ਵਿਦ ਰਿਸਪੈਕਟ ਟੂ ਨੋਨ ਪੁਆਇੰਟ। ਡੈਫੀਨੇਸ਼ਨ ਹੈ ਸਾਡੇ ਕੋਲ ਕੋਆਰਡੀਨੇਟ ਸਿਸਟਮ ਦੀ। ਕੋਆਰਡੀਨੇਟ ਸਿਸਟਮ ਇਜ਼ ਅ ਫਰੇਮ ਆਫ ਰੈਫਰੈਂਸ by using which we can find the location, velocity, acceleration and other parameters of object if it is in motion। other parameters ਜਿਵੇਂ ਕਿ ਸਾਡੇ ਕੋਲ ਲੀਨੀਅਰ ਮੋਮੈਂਟਮ, ਐਂਗੂਲਰ ਮੋਮੈਂਟਮ ਹੋ ਗਿਆ। ਅਸੀਂ ਗੱਲ ਕਰ ਰਹੇ ਹਾਂ ਕੋਆਰਡੀਨੇਟ ਸਿਸਟਮ ਦੀ। ਕੋਆਰਡੀਨੇਟਸ ਦੇ ਸਿਸਟਮ ਦੇ ਵਿੱਚ ਸਾਡੇ ਕੋਲ ਹੁੰਦੇ ਨੇ ਕੋਆਰਡੀਨੇਟਸ। ਕੋਆਰਡੀਨੇਟ ਸਿਸਟਮ ਅਸੀਂ ਤਿੰਨ ਤਰ੍ਹਾਂ ਦੇ ਅਸੀਂ ਪੜਾਂਗੇ। ਪਹਿਲਾ ਕੋਆਰਡੀਨੇਟ ਸਿਸਟਮ ਆ ਸਾਡੇ ਕੋਲ ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ, ਕਾਰਟੀਜ਼ੀਅਨ ਕੋਆਰਡੀਨੇਟ ਸਿਸਟਮ। ਸੈਕਿੰਡ ਸਾਡੇ ਕੋਲ ਹੈ ਸਫੈਰੀਕਲ polar coordinate system। थर्ड साडे कोल रजे है cylindrical coordinate system। तो असी इन्हां विचों जिहड़े दो कोआर्डिनेट सिस्टम ही प्रैक्टिस करांगे, कार्टीजन ते spherical polar coordinate system। सब तो पहला असी करते हैं कार्टीजन कोआर्डिनेट सिस्टम। कार्टीजन कोआर्डिनेट सिस्टम ਦੇ ਵਿੱਚ ਅਸੀਂ ਪਤਾ ਕਰਾਂਗੇ ਪੋਜੀਸ਼ਨ ਵੈਕਟਰ ਨੂੰ, ਡਿਸਪਲੇਸਮੈਂਟ, ਵੈਲੋਸਿਟੀ ਨੂੰ, ਐਸਲਰੇਸ਼ਨ ਨੂੰ, ਏਰੀਆ ਅਤੇ ਵੋਲਿਊਮ ਨੂੰ। ਤਿੰਨ ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਹੁੰਦੀਆਂ ਨੇ ਸਾਡੇ ਕੋਲ। ਜਿੱਥੇ ਇਹ ਐਕਸਿਸ ਮੀਟ ਕਰਦੀਆਂ ਨੇ ਉਹ ਪੁਆਇੰਟ ਸਾਡੇ ਕੋਲ ਆ ਜਾਂਦਾ ਹੈ ਓਰੀਜਨ, ਜਿਸ ਨੂੰ ਅਸੀਂ ਨੋਨ ਪੁਆਇੰਟ ਵੀ ਕਹਿ ਦਿੰਦੇ ਹਾਂ, ਕਿਉਂਕਿ ਸਾਨੂੰ ਇਹਦੀ ਪੋਜੀਸ਼ਨ ਜਿਹੜੀ ਪਤਾ ਹੁੰਦੀ ਹੈ ਉਹ ਹੁੰਦੀ ਹੈ 0 0, ਜਿੱਥੇ ਇਹ ਐਕਸਿਸ ਐਕਸ ਵਾਈ ਜ਼ੈਡ ਮੀਟ ਕਰਦੀਆਂ ਨੇ। ਸਾਨੂੰ ਪਤਾ ਰਹੇ ਜੇ ਸਾਡੇ ਕੋਲ ਹੈ ਆਈ ਕੈਪ, ਜੇ ਕੈਪ, ਕੇ ਕੈਪ। ਇਹ ਸਾਡੇ ਕੋਲ ਕੀ ਨੇ? ਯੂਨਿਟ ਵੈਕਟਰ ਨੇ। ਯੂਨਿਟ ਵੈਕਟਰ ਦਾ ਕੀ ਕੰਮ ਹੈ? ਡਾਇਰੈਕਸ਼ਨ ਦੱਸਣਾ ਕੋਆਰਡੀਨੇਟਸ ਦੀ ਅਲੋਂਗ ਐਕਸ ਵਾਈ ਜ਼ੈਡ ਐਕਸਿਸ ਦੇ, ਤੇ ਇਹਨਾਂ ਦਾ ਮੈਗਨੀਟਿਊਡ ਸਾਨੂੰ ਪਤਾ ਕਿਹਦੇ ਕੋਲ ਹੁੰਦਾ 1 ਦੇ। ਸਪੋਜ਼ ਸਾਡੇ ਕੋਲ ਕੋਈ ਪੁਆਇੰਟ ਹੈ P, ਜਿਸ ਦੇ ਕੋਆਰਡੀਨੇਟਸ ਨੇ ਸਪੋਜ਼ ਐਕਸ ਵਾਈ ਜ਼ੈਡ। P ਪੁਆਇੰਟ ਦਾ ਜਿਹੜਾ ਪੋਜੀਸ਼ਨ ਵੈਕਟਰ ਹੈ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ ਉਹ ਹੋਵੇਗਾ R ਵੈਕਟਰ। ਤੇ R ਵੈਕਟਰ ਦੀ ਜਿਹੜੀ ਵੈਲਿਊ ਹੈ ਜੇ ਉਹ ਆਪਣੇ ਕੋਲ ਕੀ ਆ ਜਾਏਗੀ? ਉਹ ਆ ਜਾਏਗੀ ਐਕਸ ਆਈ ਕੈਪ ਪਲੱਸ ਵਾਈ ਜੇ ਕੈਪ ਪਲੱਸ ਜ਼ੈਡ ਕੇ ਕੈਪ ਦੇ ਇਕੁਅਲ। ਇਹ ਸਾਡੇ ਕੋਲ ਕੀ ਹੈ? ਪੋਜੀਸ਼ਨ ਵੈਕਟਰ ਹੈ ਇਨ ਕਾਰਟੀਜ਼ਨ ਕੋਆਰਡੀਨੇਟ ਸਿਸਟਮ। ਤੇ ਸਾਨੂੰ ਪਤਾ ਜਿਹੜੇ ਐਕਸ ਨੇ, ਵਾਈ ਨੇ ਤੇ ਜ਼ੈਡ ਨੇ ਉਹ ਕੀ ਨੇ? ਆਪਣੇ ਕੋਲ ਕੋਆਰਡੀਨੇਟਸ ਨੇ ਪੀ ਦੇ। ਐਕਸ ਕੋਆਰਡੀਨੇਟ ਹੈ, ਵਾਈ ਕੋਆਰਡੀਨੇਟ ਹੈ ਤੇ ਜ਼ੈਡ ਕੋਆਰਡੀਨੇਟ ਹੈ। ਹੁਣ ਡਿਸਪਲੇਸਮੈਂਟ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਵਿੱਚ ਫਾਈਂਡ ਕਰਨੀ ਹੈ, ਉਹ ਦੇਖ ਲੈਂਦੇ ਹਾਂ। ਸਪੋਜ਼ ਪਾਰਟੀਕਲ ਜਿਹੜਾ ਸਾਡੇ ਕੋਲ ਉਹ ਪੀ ਪੁਆਇੰਟ ਤੋਂ ਡਿਸਪਲੇਸ ਹੋ ਕੇ ਇਸ ਤਰ੍ਹਾਂ ਉਹਨੇ ਕੀ ਕੀਤਾ? ਡਿਸਪਲੇਸ ਹੋ ਕੇ ਕਿਸੇ ਹੋਰ ਪੁਆਇੰਟ ਤੇ ਪਹੁੰਚ ਗਿਆ, ਜਿਸ ਦਾ ਨਾਂ ਅਸੀਂ ਰੱਖ ਲਿਆ ਪੀ ਡੈਸ਼। ਤੇ ਉਸ ਪੁਆਇੰਟ ਦੇ ਕੋਆਰਡੀਨੇਟਸ ਨੇ ਸਾਡੇ ਕੋਲ ਸਪੋਜ਼ ਐਕਸ ਡੈਸ਼, ਵਾਈ ਡੈਸ਼ ਤੇ ਜ਼ੈਡ ਡੈਸ਼। ਤੇ ਰਾਜੇ ਜਿਹੜਾ ਪੀ ਪੁਆਇੰਟ ਦਾ ਜਿਹੜਾ ਪੋਜੀਸ਼ਨ ਵੈਕਟਰ ਹੋਵੇਗਾ ਉਹ ਸਾਡੇ ਕੋਲ ਕੀ ਹੋਵੇਗਾ? ਸਪੋਜ਼ ਉਹ ਆਪਣੇ ਕੋਲ ਹੈ ਆਰ ਡੈਸ਼। ਤੇ ਸਾਨੂੰ ਪਤਾ ਹੈ ਅਸੀਂ ਆਰ ਡੈਸ਼ ਨੂੰ ਜਿਹੜਾ ਕਿਸ ਤਰ੍ਹਾਂ ਲਿਖ ਸਕਦੇ ਹਾਂ ਪੋਜੀਸ਼ਨ ਵੈਕਟਰ ਨੂੰ? ਉਹ ਲਿਖ ਸਕਦੇ ਹਾਂ ਐਕਸ ਡੈਸ਼ ਆਈ ਕੈਪ ਪਲੱਸ ਵਾਈ ਡੈਸ਼ ਜੇ ਕੈਪ ਪਲੱਸ ਜ਼ੈਡ ਡੈਸ਼ ਕੇ ਕੈਪ ਦੇ ਨਾਲ। ਜਿਹੜਾ ਸਾਡੇ ਕੋਲ ਆਰ ਪੋਜੀਸ਼ਨ ਵੈਕਟਰ ਹੈ ਇਹ ਹੈ ਆਪਣੇ ਕੋਲ ਸਟਾਰਟਿੰਗ ਪੁਆਇੰਟ ਦਾ, ਜਿੱਥੋਂ ਅਸੀਂ ਸ਼ੁਰੂ ਕੀਤਾ ਸੀਗਾ ਡਿਸਪਲੇਸ ਕਰਨਾ, ਜਿਹੜਾ ਕਿ ਸਾਡੇ ਕੋਲ ਕੀ ਹੈ? ਪੀ ਪੁਆਇੰਟ ਹੈ। ਤੇ ਜਿਹੜਾ ਆਰ ਡੈਸ਼ ਹੈ ਉਹ ਸਾਡੇ ਕੋਲ ਕੀ ਹੈ? ਫਾਈਨਲ ਡਿਸਪਲੇਸਮੈਂਟ ਹੈ, ਜਿੱਥੇ ਜਾ ਕੇ ਉਹਦੀ ਜਿਹੜੀ ਹੈ ਡਿਸਪਲੇਸਮੈਂਟ ਖਤਮ ਹੋ ਗਈ। ਤਾਂ ਪੀ ਪੁਆਇੰਟ ਸਾਡਾ ਸਟਾਰਟਿੰਗ ਪੁਆਇੰਟ ਹੈ, ਇਸ ਨੂੰ ਅਸੀਂ ਸਟਾਰਟਿੰਗ ਪੁਆਇੰਟ ਦਾ ਨਾਮ ਵੀ ਦੇ ਸਕਦੇ ਹਾਂ, ਵੀ ਜਿੱਥੋਂ ਡਿਸਪਲੇਸਮੈਂਟ ਸ਼ੁਰੂ ਹੋਈ ਸੀ, ਸਟਾਰਟ ਹੋਈ ਸੀ। ਤੇ ਜਿਹੜਾ ਪੀ ਡੈਸ਼ ਹੈ ਜੇ ਇਹ ਆਪਣੇ ਕੋਲ ਕੀ ਹੈ? ਐਂਡ ਪੁਆਇੰਟ ਹੈ, ਜਿੱਥੇ ਜਾ ਕੇ ਡਿਸਪਲੇਸਮੈਂਟ ਜਿਹੜੀ ਹੈ ਖਤਮ ਹੋ ਗਈ। ਤੇ ਆਰ ਵੈਕਟਰ ਨੂੰ ਫਿਰ ਅਸੀਂ ਕੀ ਕਹਿ ਸਕਦੇ ਹਾਂ? ਇਹਨੂੰ ਕਹਿ ਸਕਦੇ ਹਾਂ ਇਨੀਸ਼ੀਅਲ ਪੋਜੀਸ਼ਨ ਵੈਕਟਰ। ਇਨੀਸ਼ੀਅਲ ਪੋਜੀਸ਼ਨ ਵੈਕਟਰ ਹੈ ਸਾਡਾ ਆਰ ਡੈਸ਼, ਇਨੀਸ਼ੀਅਲ ਪੋਜੀਸ਼ਨ ਵੈਕਟਰ। ਤੇ ਆਪਣੇ ਕੋਲ ਆਰ ਡੈਸ਼ ਕੀ ਹੋ ਜਾਊਗਾ ਫਿਰ? ਉਹ ਹੋ ਜਾਊਗਾ ਰਾਜੇ ਫਾਈਨਲ ਪੋਜੀਸ਼ਨ ਵੈਕਟਰ, ਕਿਉਂਕਿ ਸਾਡੀ ਜਿਹੜੀ ਫਾਈਨਲ ਜਿਹੜਾ ਐਂਡ ਪੁਆਇੰਟ ਆ ਉਹ ਕੀ ਆ? ਪੀ ਡੈਸ਼ ਹੈ। ਤੇ ਪੀ ਡੈਸ਼ ਦਾ ਜਿਹੜਾ ਪੋਜੀਸ਼ਨ ਵੈਕਟਰ ਉਹ ਸਾਡੇ ਕੋਲ ਆਰ ਡੈਸ਼ ਹੈ। ਹੁਣ ਜੇ ਗੱਲ ਆਉਂਦੀ ਹੈ ਡਿਸਪਲੇਸਮੈਂਟ ਦੀ, ਡਿਸਪਲੇਸਮੈਂਟ ਕੀ ਹੈ ਸਾਡੇ ਕੋਲ? ਡਿਸਪਲੇਸਮੈਂਟ ਇਜ਼ ਇਕੁਅਲ ਟੂ ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ, ਤਾਂ ਡਿਸਪਲੇਸਮੈਂਟ ਫਾਈਂਡ ਆਊਟ ਕਰਨੀ ਹੈ ਤਾਂ ਅਸੀਂ ਕੀ ਕਰਾਂਗੇ? ਡਰਾ ਕਰਾਂਗੇ ਐਰੋ ਨੂੰ, ਇੱਥੋਂ ਪੀ ਪੁਆਇੰਟ ਤੋਂ ਪੀ ਡੈਸ਼ ਤੱਕ ਐਰੋ ਨੂੰ ਡਰਾ ਕਰਾਂਗੇ। ਤੇ ਜਿਹੜੀ ਇਹ ਐਰੋ ਹੈ ਉਹਦਾ ਜਿਹੜਾ ਹੈਡ ਹੈ, ਜਿਹੜਾ ਪੀ ਡੈਸ਼ ਹੈ, ਪੀ ਡੈਸ਼ ਵੱਲ ਪੁਆਇੰਟ ਆਊਟ ਕਰ ਰਿਹਾ, ਇਹ ਆਪਣੇ ਕੋਲ ਕੀ ਆ ਜਾਊਗਾ? ਫਾਈਨਲ ਪੁਆਇੰਟ ਆ ਜਾਊਗਾ। ਤੇ ਜਿਹੜੀ ਟੇਲ ਹੈ ਇਸ ਐਰੋ ਦੀ ਉਹ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰ ਰਹੀ ਹੈ? ਉਹ ਸਟਾਰਟਿੰਗ ਪੁਆਇੰਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਮੈਂ ਕਲਰ ਚੇਂਜ ਕਰਕੇ ਜਿਹੜਾ ਐਰੋ ਨੂੰ ਬਣਾ ਦੇਣਾ, ਇੱਥੋਂ ਪੀ ਤੋਂ ਸ਼ੁਰੂ ਹੋ ਕੇ
ਪੀ ਡੈਸ਼ ਟਿੱਕਰ ਜਿਹੜੀ ਸਾਡੀ ਐਰੋ ਬਣ ਜਾਏਗੀ ਇਸ ਤਰ੍ਹਾਂ ਸਟ੍ਰੇਟ। ਤਾਂ ਪੀ ਡੈਸ਼ ਪੁਆਇੰਟ ਤੇ ਜਿਹੜੀ ਹੈਡ ਆ ਉਸ ਨੂੰ ਕੀ ਰਿਪਰੈਜ਼ੈਂਟ ਕਰ ਰਹੀ ਹੈ, ਫਾਈਨਲ ਪੁਆਇੰਟ ਨੂੰ ਜਾਂ ਫਿਰ ਐਂਡ ਪੁਆਇੰਟ ਨੂੰ। ਜਿਹੜੀ ਟੇਲ ਆ ਪੀ ਤੇ ਉਹ ਰਿਪਰੈਜ਼ੈਂਟ ਕਰ ਰਹੀ ਹੈ ਸਟਾਰਟਿੰਗ ਪੁਆਇੰਟ ਨੂੰ। ਤਾਂ ਸਾਡੇ ਕੋਲ ਡਿਸਪਲੇਸਮੈਂਟ ਹੈ ਫਾਈਨਲ ਪੋਜੀਸ਼ਨ ਮਾਈਨਸ ਇਨੀਸ਼ੀਅਲ ਪੋਜੀਸ਼ਨ। ਫਾਈਨਲ ਪੋਜੀਸ਼ਨ ਸਾਡੇ ਕੋਲ ਵੈਕਟਰ ਕੀ ਆ, ਉਹ ਆਪਣੇ ਕੋਲ ਹੈ ਆਰ ਡੈਸ਼ ਵੈਕਟਰ, ਤੇ ਇਨੀਸ਼ੀਅਲ ਕੀ ਆਪਣੇ ਕੋਲ ਆਰ। ਹੁਣ ਸਾਨੂੰ ਪਤਾ ਆਰ ਡੈਸ਼ ਦੀ ਜਿਹੜੀ ਵੈਲਿਊ ਸਾਡੇ ਕੋਲ ਕਿੰਨੀ ਆ, ਉਹ ਆਪਣੇ ਕੋਲ ਹੈ ਐਕਸ ਆਈ ਕੈਪ ਪਲਸ ਵਾਈ ਜੇ ਕੈਪ ਪਲਸ ਜ਼ੈਡ ਕੇ ਕੈਪ, ਤੇ ਮਾਈਨਸ ਕਰ ਦਾਂਗੇ ਆਪਾਂ ਐਕਸ ਡੈਸ਼ ਆਈ ਕੈਪ ਪਲਸ ਵਾਈ ਡੈਸ਼ ਜੇ ਕੈਪ ਪਲਸ ਜ਼ੈਡ ਡੈਸ਼ ਕੇ ਕੈਪ। ਤਾਂ ਸਾਡੇ ਕੋਲ ਡਿਸਪਲੇਸਮੈਂਟ ਕਿੰਨੀ ਆ ਜੂਗੀ, ਉਹ ਆ ਜੂ ਐਕਸ ਮਾਈਨਸ ਐਕਸ ਡੈਸ਼ ਆਈ ਕੈਪ ਪਲਸ ਵਾਈ ਮਾਈਨਸ ਵਾਈ ਡੈਸ਼ ਜੇ ਕੈਪ ਪਲਸ ਜ਼ੈਡ ਮਾਈਨਸ ਜ਼ੈਡ ਡੈਸ਼ ਕੇ ਕੈਪ ਦੇ ਇਕੁਅਲ। ਤਾਂ ਸਾਡੇ ਕੋਲ ਡਿਸਪਲੇਸਮੈਂਟ ਦਾ ਜੇ ਫਾਰਮੂਲਾ ਆ ਗਿਆ, ਉਹ ਆ ਗਿਆ एक्स माइनस एक्स डैश आई कैप प्लस वाई माइनस वाई डैश जे कैप प्लस जैड माइनस जैड के कैप ਦੇ ਕੋਲ। ਇਹ ਵੀ ਸਾਡੇ ਕੋਲ ਜਿਹੜੀ ਹੈ ਡਿਸਪਲੇਸਮੈਂਟ ਹੀ ਹੈ, ਇਹ ਵੀ ਸਾਡੇ ਕੋਲ ਡਿਸਪਲੇਸਮੈਂਟ ਹੀ ਹੈ। ਅਸੀਂ ਆਰ ਡੈਸ਼ ਤੇ ਆਰ ਦੀ ਵੈਲਿਊ ਸਬਸਟੀਟਿਊਟ ਕਰ ਦਿੱਤੀ ਇਹਦੇ ਵਿੱਚ। ਸਪੋਜ਼ ਜਿਹੜਾ ਸਾਡੇ ਕੋਲ ਪੀ ਡੈਸ਼ ਹੈ ਡਿਸਪਲੇਸਮੈਂਟ ਹੈ ਸਾਡੇ ਕੋਲ, ਉਹ ਬਰਾਬਰ ਹੈ ਆਪਣੇ ਕੋਲ ਡੈਲਟਾ ਆਰ ਦੇ। ਤਾਂ ਆਪਣੇ ਕੋਲ ਜੇ ਡਿਸਪਲੇਸਮੈਂਟ ਕਿੰਨੀ ਆ ਗਈ, ਡੈਲਟਾ ਆਰ ਇਜ਼ ਇਕੁਅਲ ਟੂ ਆਰ ਡੈਸ਼ ਵੈਕਟਰ ਮਾਈਨਸ ਆਰ ਵੈਕਟਰ, ਤੇ ਡੈਲਟਾ ਆਰ ਸਾਡੇ ਕੋਲ ਕਿੰਨਾ ਆ ਗਿਆ, ਐਕਸ ਮਾਈਨਸ ਐਕਸ ਡੈਸ਼ ਆਈ ਕੈਪ ਪਲਸ ਵਾਈ ਮਾਈਨਸ ਵਾਈ ਡੈਸ਼ ਜੇ ਕੈਪ ਪਲਸ ਜ਼ੈਡ ਮਾਈਨਸ ਜ਼ੈਡ ਡੈਸ਼ ਕੇ ਕੈਪ ਦੇ ਇਕੁਅਲ। ਤੇ ਅਸੀਂ ਡਿਸਪਲੇਸਮੈਂਟ ਨੂੰ ਰਜੇ ਉਹ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਹੈਡ ਮਾਈਨਸ ਟੇਲ। ਸਾਡੇ ਕੋਲ ਡਿਸਪਲੇਸਮੈਂਟ ਕਿਹਦੇ ਇਕੁਅਲ ਹੈ, ਹੈਡ ਆਫ ਐਰੋ ਮਾਈਨਸ ਟੇਲ ਆਫ ਐਰੋ। ਇਹ ਜਿਸ ਤਰਫ ਜਿਹੜੀ ਐਰੋ ਦੀ ਸਾਡੀ ਜਿਹੜੀ ਆ ਰੈੱਡ ਕਲਰ ਦੀ ਐਰੋ ਬਣਾ ਰੱਖੀ ਹੈ, ਇਹ ਰੈੱਡ ਕਲਰ ਦੀ ਐਰੋ ਦੀ ਜਿਸ ਤਰਫ ਸਾਡੀ ਜਿਹੜੀ ਹੈਡ ਹੈ ਉਹਦੇ ਵਿੱਚੋਂ ਮਾਈਨਸ ਕਰ ਦੇਣਾ ਜਿਸ ਤਰਫ ਸਾਡੀ ਟੇਲ ਹੈ। ਤਾਂ ਆਪਣੇ ਕੋਲ ਦੋ ਫਾਰਮੂਲੇ ਜਿਹੜੇ ਨੇ, ਪਹਿਲਾ ਫਾਰਮੂਲਾ ਡਿਸਪਲੇਸਮੈਂਟ ਦਾ, ਦੂਸਰਾ ਫਾਰਮੂਲਾ। ਤੇ ਰਜੇ ਇੱਕ ਹੋਰ ਜਿਹੜਾ ਅਸੀਂ ਲਿਖ ਸਕਦੇ ਹਾਂ, ਇਹ ਦੋਨੇ ਹੀ ਸੇਮ ਨੇ, ਦੋਨੋਂ ਹੀ ਤਰੀਕੇ ਨਾਲ ਲਿਖ ਸਕਦੇ ਹਾਂ। ਇੱਕ ਹੋਰ ਤਰੀਕਾ ਜਿਸ ਨਾਲ ਅਸੀਂ ਡਿਸਪਲੇਸਮੈਂਟ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹ ਹੈ ਕਿ ਐਕਸ ਮਾਈਨਸ ਐਕਸ ਡੈਸ਼ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ ਡੈਲਟਾ ਐਕਸ आई कैप, वाई माइनस वाई डैश की जगह तो लिख सकते हैं डेल्टा वाई नाल जे कैप। फिर उस तो जैड माइनस जैड डैश की जगह तो असीं लिख सकते हैं डेल्टा जैड के कैप। ये भी साडे कोल डिसप्लेसमेंट का ही रिप्रजेंटेशन आ गई है इन कार्टीजन कोआर्डीनेट सिस्टम दे विच। तां असीं सब तो पहला कीता पोजीशन वैक्टर बारे, हुण फिर उस तो बाद असीं कीता बी पॉइंट साडा डिसप्लेसमेंट बारे इन कार्टीजन कोआर्डीनेट सिस्टम दे विच कि किस तरह असीं जिहड़ी है डिसप्लेसमेंट फाइंड आउट कर सकते हैं। तो डिसप्लेसमेंट फाइंड आउट करन दे तीन मैथड ने। ਤੁਹਾਨੂੰ ਵੈਕਟਰ ਜਿਹੜਾ ਪੋਜੀਸ਼ਨ ਵੈਕਟਰ ਦੇ ਦਿੱਤਾ ਹੋ ਸਕਦਾ ਹੈ ਫਸਟ ਪੁਆਇੰਟ ਦਾ, ਪੋਜੀਸ਼ਨ ਵੈਕਟਰ ਦਿੱਤਾ ਹੋ ਸਕਦਾ ਸੈਕੰਡ ਪੁਆਇੰਟ ਦਾ। ਫਿਰ ਤੁਹਾਨੂੰ ਕੋਆਰਡੀਨੇਟਸ ਦਿੱਤੇ ਹੋ ਸਕਦੇ ਨੇ ਪੀ ਪੁਆਇੰਟ ਦੇ, ਫਸਟ ਪੁਆਇੰਟ ਦੇ ਐਕਸ ਵਾਈ ਜ਼ੈਡ। ਤੁਹਾਨੂੰ ਕੋਆਰਡੀਨੇਟਸ ਦਿੱਤੇ ਹੋ ਸਕਦੇ ਨੇ ਸੈਕੰਡ ਪੁਆਇੰਟ ਦੇ ਪੀ ਡੈਸ਼ ਦੇ, ਵੀ ਜਿੱਥੇ ਉਹ ਪੁਆਇੰਟ ਜਿਹੜਾ ਡਿਸਪਲੇਸ ਹੋ ਕੇ ਪਹੁੰਚ ਗਿਆ ਪੀ ਡੈਸ਼ ਦੇ। ਤਾਂ ਤੁਸੀਂ ਕੀ ਕਰਨਾ ਹੈ, ਪਹਿਲੇ ਵਿੱਚੋਂ ਦੂਸਰੇ ਨੂੰ ਮਾਈਨਸ ਕਰਕੇ ਉਹਦੇ ਨਾਲ ਉਹਨਾਂ ਦੀ ਜਿਹੜੀ ਯੂਨਿਟ ਵੈਕਟਰ ਨੇ ਮਲਟੀਪਲਾਈ ਕਰਦੇ ਨੇ, ਤਾਂ ਤੁਹਾਡੇ ਕੋਲ ਡਿਸਪਲੇਸਮੈਂਟ ਜਿਹੜੀ ਆ ਜਾਏਗੀ। ਅਸੀਂ ਗੱਲ ਕੀਤੀ ਡਿਸਪਲੇਸਮੈਂਟ ਦੀ, ਅਸੀਂ ਕਿਹਾ ਵੀ ਜਿਹੜਾ ਪਾਰਟੀਕਲ ਆ ਉਹ ਪੀ ਤੋਂ ਪੀ ਡੈਸ਼ ਪੁਆਇੰਟ ਤੱਕ ਜਿਹੜਾ ਡਿਸਪਲੇਸ ਕਰ ਗਿਆ। ਹੁਣ ਅਸੀਂ ਗੱਲ ਕਰੀਏ ਇਫ ਡੈਲਟਾ ਟੀ ਇਜ਼ ਟਾਈਮ ਟੇਕਨ ਬਾਈ ਪਾਰਟੀਕਲ in going from P to P ਡੈਸ਼। ਕਹਿੰਦੇ ਜੇ ਡੈਲਟਾ ਟੀ ਸਾਡੇ ਕੋਲ ਟਾਈਮ ਲਿੱਤਾ ਉਸ ਪਾਰਟੀਕਲ ਨੇ P ਤੋਂ P ਡੈਸ਼ ਤੱਕ ਡਿਸਪਲੇਸ ਹੋਣ ਲਈ ਜਾਣ ਲਈ, ਤਾਂ ਸਾਨੂੰ ਪਤਾ ਹੈ ਕਿ ਜਿਹੜਾ ਵੈਲੋਸਿਟੀ ਵੈਕਟਰ ਹੈ ਉਹ ਸਾਡੇ ਕੋਲ ਕੀ ਹੁੰਦਾ ਹੈ, ਵੈਲੋਸਿਟੀ ਵੈਕਟਰ ਬਰਾਬਰ ਹੁੰਦਾ ਹੈ ਸਾਡੇ ਕੋਲ ਡੈਲਟਾ ਆਰ ਅਪੋਨ ਡੈਲਟਾ ਟੀ ਦੇ ਇਕੁਅਲ। ਤੇ ਡੈਲਟਾ ਆਰ ਵੈਕਟਰ ਸਾਡੇ ਕੋਲ ਕਿੰਨਾ ਰਜੇ, ਉਹ ਬਰਾਬਰ ਹੈ ਡੈਲਟਾ ਐਕਸ। ਆ ਜਿਹੜੀ ਆਪਾਂ ਥਰਡ ਗ੍ਰੀਨ ਕਲਰ ਦੀ ਜਿਹੜੀ ਇਕੁਏਸ਼ਨ ਲਿਖੀ ਆ, ਉਹ ਸਾਨੂੰ ਪਤਾ ਹੈ ਕਿ ਇਹਦੇ ਬਰਾਬਰ ਹੈ ਡੈਲਟਾ ਐਕਸ ਆਈ ਕੈਪ प्लस डेल्टा वाई जे कैप प्लस डेल्टा जैड के कैप दे इक्वल। तो इतों साडे कोल वेलोसिटी वैक्टर कितना आ गया, वो आ गया अपने कोल डेल्टा एक्स अपॉन डेल्टा टी आई कैप प्लस डेल्टा वाई अपॉन डेल्टा टी जे कैप प्लस डेल्टा जैड अपॉन डेल्टा टी के कैप दे इक्वल साडे कोल आ गया। ये साडे कोल की है, दिस इज कॉल्ड वेलोसिटी वैक्टर इन कार्टेशियन कोऑर्डिनेट सिस्टम। दिस इज नोन एज वेलोसिटी vector in Cartesian coordinate system। ਤਾਂ ਸਾਡੇ ਕੋਲ ਵੈਲੋਸਿਟੀ ਵੈਕਟਰ ਵੀ ਜਿਹੜਾ ਆ ਗਿਆ। ਤਾਂ ਥਰਡ ਪੁਆਇੰਟ ਜਿਹੜਾ ਸਾਡੇ ਕੋਲ ਵੈਲੋਸਿਟੀ ਦਾ ਉਹ ਇੱਥੋਂ ਸਟਾਰਟ ਹੁੰਦਾ ਹੈ, ਜਦੋਂ ਅਸੀਂ ਕਿਹਾ ਵੀ ਜਿਹੜਾ ਡਿਸਪਲੇਸਮੈਂਟ ਹੋਈ ਹੈ ਉਹਦੇ ਲਈ ਸਪੋਜ਼ ਡੈਲਟਾ ਟੀ ਟਾਈਮ ਸਾਡੇ ਕੋਲ ਜਿਹੜਾ ਲੱਗ ਰਿਹਾ ਡਿਸਪਲੇਸਮੈਂਟ ਹੋਣ ਵਾਸਤੇ।
ਹੁਣ ਰਾਜੇ ਸਪੋਜ਼ ਜਿਹੜਾ ਆਪਣੇ ਕੋਲ ਟਾਈਮ ਹੈ, ਜਿਹੜਾ ਟਾਈਮ ਟੀ ਹੈ, ਡੈਲਟਾ ਟੀ ਟਾਈਮ ਹੈ, ਸਪੋਜ਼ ਸਾਡੇ ਕੋਲ ਡੈਲਟਾ ਟੀ ਟਾਈਮ ਜਿਹੜਾ ਸਪੋਜ਼ ਬਹੁਤ ਹੀ ਸਮਾਲ ਟਾਈਮ ਹੈ, ਬਹੁਤ ਹੀ ਥੋੜੇ ਸਮੇਂ ਦੇ ਵਿੱਚ ਜਿਹੜਾ ਪਾਰਟੀਕਲ ਹੈ ਉਹ ਪੀ ਪੁਆਇੰਟ ਤੋਂ ਉੱਡ ਕੇ ਪੀ ਡੈਸ਼ ਪੁਆਇੰਟ ਤੱਕ ਚਲਾ ਗਿਆ। ਤਾਂ ਆਪਾਂ ਕਿਹਾ ਵੀ ਜਿਹੜਾ ਟੀ ਡੈਲਟਾ ਟੀ ਹੈ ਉਹ ਸਪੋਜ਼ ਨੀਅਰ ਅਬਾਊਟ ਕਿਹਦੇ ਹੈ, ਜ਼ੀਰੋ ਦੇ, ਮਤਲਬ ਉਹਨੂੰ ਨਿਗਲੀਜੀਬਲ ਹੀ ਕਰ ਲਿਆ। ਤਾਂ ਆਪਣੇ ਕੋਲ ਜਿਹੜਾ ਵੈਲੋਸਿਟੀ ਵੈਕਟਰ ਹੈ ਉਹ ਕਿੰਨਾ ਆ ਜਾਏਗਾ ਰਾਜੇ, ਉਹ ਆ ਜਾਏਗਾ dx/dt i ਕੈਪ प्लस dy/dt j कैप प्लस dz/dt k कैप। ਜਿਹੜਾ ਸਾਡੇ ਕੋਲ dx/dt ਹੈ ਇਹ ਆਪਣੇ ਕੋਲ ਹੈ ਰੇਟ ਆਫ ਚੇਂਜ ਆਫ x ਕੋਆਰਡੀਨੇਟ, dy/dt ਸਾਡੇ ਕੋਲ ਹੈ ਰੇਟ ਆਫ ਚੇਂਜ ਆਫ y ਕੋਆਰਡੀਨੇਟ, dz/dt ਸਾਡੇ ਕੋਲ ਕੀ ਹੈ ਰੇਟ ਆਫ ਚੇਂਜ ਆਫ z ਕੋਆਰਡੀਨੇਟ ਦੇ ਕੋਲ। ਤਾਂ ਆਪਾਂ ਇਹਨੂੰ ਹੋਰ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ, ਵੈਲੋਸਿਟੀ ਵੈਕਟਰ ਨੂੰ ਅਸੀਂ ਵੈਲੋਸਿਟੀ ਵੈਕਟਰ ਨੂੰ ਲਿਖ ਸਕਦੇ ਹਾਂ ਰਾਜੇ vx i ਕੈਪ प्लस वी वाई जे कैप प्लस वी जैड के कैप ਦੇ ਇਕੁਅਲ, ਕਿਉਂਕਿ ਸਾਨੂੰ ਪਤਾ ਹੈ ਵੀ ਐਕਸ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਇਹ ਰਿਪਰੈਜ਼ੈਂਟ ਕਰ ਰਿਹਾ ਐਕਸ ਕੰਪੋਨੈਂਟ ਆਫ ਵੈਲੋਸਿਟੀ ਨੂੰ। ਤੇ ਸਾਨੂੰ ਇਹ ਵੀ ਪਤਾ ਹੈ ਕਿ ਡੀ ਐਕਸ ਅਪੋਨ ਡੀ ਟੀ ਜਿਹੜਾ ਹੈ ਉਹ ਬਰਾਬਰ ਹੈ ਵੀ ਐਕਸ ਦੇ, ਕਿਉਂਕਿ ਆਪਣੇ ਕੋਲ ਵੈਲੋਸਿਟੀ ਦੇ ਇਕੁਅਲ ਹੀ ਹੈ, ਆਲਰੇਡੀ ਅਸੀਂ ਪੜ੍ਹਿਆ। ਡੀ ਜਿਹੜਾ ਹੈ ਵਾਈ ਅਪੋਨ ਡੀ ਟੀ ਬਰਾਬਰ ਹੈ ਵੈਲੋਸਿਟੀ ਦੇ, ਲੇਕਿਨ ਵਾਈ ਕੰਪੋਨੈਂਟ ਦੇ ਇਕੁਅਲ ਹੈ। ਵੈਲੋਸਿਟੀ ਦਾ ਵਾਈ ਕੰਪੋਨੈਂਟ ਹੈ dy/dt, ਜਾਂ ਫਿਰ vy ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ ਉਸ ਨੂੰ। dz/dt ਸਾਡੇ ਕੋਲ ਕੀ ਹੈ, z ਕੰਪੋਨੈਂਟ ਹੈ ਸਾਡੇ ਕੋਲ ਵੈਲੋਸਿਟੀ ਦਾ, ਜਿਸ ਨੂੰ ਅਸੀਂ vz ਨਾਲ ਵੀ ਲਿਖ ਸਕਦੇ ਹਾਂ। ਇਸੇ ਕਰਕੇ dx/dt dy/dt ਤੇ dz/dt ਦੀ ਜਗ੍ਹਾ ਤੇ ਮੈਂ ਲਿਖਿਆ vx i ਕੈਪ ਪਲਸ vy j ਕੈਪ ਪਲਸ vz k ਕੈਪ। ਆ ਵੀ ਆਪਣੇ ਕੋਲ ਵੈਲੋਸਿਟੀ ਵੈਕਟਰ ਹੈ ਆਪਣੇ ਕੋਲ ਕਾਰਟੀਜ਼ੀਅਨ ਕੋਆਰਡੀਨੇਟ ਦੇ ਵਿੱਚ, ਇਹ ਵੀ ਆਪਣੇ ਕੋਲ ਵੈਲੋਸਿਟੀ ਵੈਕਟਰ ਕਾਰਟੀਜ਼ੀਅਨ ਕੋਆਰਡੀਨੇਟ ਹੈ ਤੇ ਇਹ ਵੀ ਵੈਲੋਸਿਟੀ ਵੈਕਟਰ ਕਾਰਟੀਜ਼ੀਅਨ ਕੋਆਰਡੀਨੇਟ ਹੈ। ਲੇਕਿਨ ਜਿਹੜੀ ਥੱਲੇ ਦੋ ਇਕੁਏਸ਼ਨਸ ਨੇ ਉਹਨਾਂ ਵਿੱਚ ਜਿਹੜਾ ਟਾਈਮ ਹੈ ਬਹੁਤ ਸਮਾਲ ਲਿੱਤਾ ਗਿਆ, ਪਾਰਟੀਕਲ ਬਹੁਤ ਹੀ ਤੇਜ਼ੀ ਨਾਲ ਡਿਸਪਲੇਸ ਕਰ ਗਿਆ। ਉਸ ਸਮੇਂ ਅਸੀਂ ਆਹ ਦੋਨੇ ਜਿਹੜੀਆਂ ਇਕੁਏਸ਼ਨਸ ਨੇ ਇਹਨਾਂ ਨੂੰ ਯੂਜ਼ ਕਰਨਾ ਜਦੋਂ ਸਾਨੂੰ ਕਿਹਾ ਗਿਆ ਵੀ ਟਾਈਮ ਸਮਾਲ ਹੈ, ਤਾਂ ਉਸ ਚੀਜ਼ ਦਾ ਧਿਆਨ ਰੱਖਣਾ ਹੈ ਨਿਊਮੈਰੀਕਲਸ ਦੇ ਵਿੱਚ ਕਿ ਟਾਈਮ ਸਮਾਲ ਹੈ ਤਾਂ ਅਸੀਂ ਯੂਜ਼ ਕਰਾਂਗੇ vx i ਕੈਪ ਪਲਸ vy j ਕੈਪ vz k ਕੈਪ ਦੇ ਇਕੁਅਲ। ਹੁਣ ਤਿੰਨ ਕੰਪੋਨੈਂਟ ਹੋ ਗਏ ਸਾਡੇ ਕੋਲ ਵੈਲੋਸਿਟੀ ਦੇ x ਕੰਪੋਨੈਂਟ y ਕੰਪੋਨੈਂਟ ਤੇ z ਕੰਪੋਨੈਂਟ। ਹੁਣ ਸਿੰਪਲੀ ਦੇਖਦੇ ਹਾਂ ਐਸਲਰੇਸ਼ਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ। ਤਾਂ ਅਸੀਂ ਦੇਖਿਆ ਕਾਰਟੀਜ਼ਨ ਕੋਆਰਡੀਨੇਟ ਦੇ ਵਿੱਚ ਕਿਸ ਤਰ੍ਹਾਂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਪੋਜੀਸ਼ਨ ਵੈਕਟਰ ਨੂੰ, ਡਿਸਪਲੇਸਮੈਂਟ ਵੈਕਟਰ ਨੂੰ ਤੇ ਵੈਲੋਸਿਟੀ ਵੈਕਟਰ ਨੂੰ, ਜਦੋਂ ਜਿਹੜਾ ਸਾਡਾ ਪਾਰਟੀਕਲ ਹੈ ਡੈਲਟਾ ਟੀ ਟਾਈਮ ਦੇ ਵਿੱਚ ਜਿਹੜਾ ਡਿਸਪਲੇਸ ਕਰਦਾ ਹੈ। ਹੁਣ ਗੱਲ ਕਰੀਏ ਐਸਲਰੇਸ਼ਨ ਦੀ, ਤਾਂ ਐਸਲਰੇਸ਼ਨ ਦੇ ਵਿੱਚ ਰਾਜੇ ਜਦੋਂ ਵੈਲੋਸਿਟੀ ਵੈਕਟਰ ਆ ਉਹ ਚੇਂਜ ਕਰ ਰਹੀ ਹੈ ਟਾਈਮ ਟੀ ਦੇ ਨਾਲ, ਤਾਂ ਅਸੀਂ ਕਹਾਂਗੇ ਜਿਹੜੀ ਐਸਲਰੇਸ਼ਨ ਵੈਕਟਰ ਹੈ ਉਹ ਸਾਡੇ ਕੋਲ ਬਰਾਬਰ ਹੋਵੇਗੀ ਡੀ ਵੀ ਵੈਕਟਰ ਅਪੋਨ ਡੀ ਟੀ ਦੇ। ਤੇ ਸਾਨੂੰ ਪਤਾ ਹੈ ਵੀ ਵੈਕਟਰ ਸਾਡੇ ਕੋਲ ਕਿਹਦੇ ਇਕੁਅਲ ਆ, ਉਹ ਹੈ ਆਪਣੇ ਕੋਲ ਵੀ ਐਕਸ ਆਈ ਕੈਪ ਪਲਸ ਵੀ ਵਾਈ ਜੇ ਕੈਪ ਪਲਸ ਵੀ ਜ਼ੈਡ ਕੇ ਕੈਪ ਦੇ ਬਰਾਬਰ। ਤਾਂ ਇੱਥੋਂ ਸਾਡੇ ਕੋਲ ਕੀ ਆ ਜਾਏਗਾ, ਉਹ ਆ ਜਾਏਗਾ ਏ ਐਕਸ ਆਈ ਕੈਪ ਪਲਸ ਏ ਵਾਈ ਜੇ ਕੈਪ ਪਲਸ ਏ ਜ਼ੈਡ ਕੇ ਕੈਪ ਦੇ ਇਕੁਅਲ। ਇਹ ਆਪਣੇ ਕੋਲ ਕੀ ਆ ਗਿਆ, ਐਸਲਰੇਸ਼ਨ ਵੈਕਟਰ ਆ ਗਿਆ ਕਾਰਟੀਜ਼ਨ ਕੋਆਰਡੀਨੇਟ ਦੇ ਵਿੱਚ। ਤੇ ਏ ਐਕਸ ਏ ਵਾਈ ਏ ਜ਼ੈਡ ਸਾਡੇ ਕੋਲ ਕੀ ਨੇ, 3 ਕੰਪੋਨੈਂਟਸ ਨੇ ਐਸਲਰੇਸ਼ਨ ਦੇ ਅਲੋਂਗ ਐਕਸ ਵਾਈ ਤੇ ਜ਼ੈਡ ਐਕਸਿਸ। ਹੁਣ ਰਾਜੇ ਐਸਲਰੇਸ਼ਨ ਨੂੰ ਵੀ ਅਸੀਂ ਜਿਹੜਾ ਉਹ ਲਿਖ ਸਕਦੇ ਹਾਂ ਅਨਦਰ ਫਾਰਮ ਦੇ ਵਿੱਚ। ਸਾਨੂੰ ਪਤਾ ਹੈ ਜਿਹੜਾ ਸਾਡੇ ਕੋਲ ਪੋਜੀਸ਼ਨ ਵੈਕਟਰ ਆਰ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ ਐਕਸ ਆਈ ਕੈਪ ਪਲਸ ਵਾਈ ਜੇ ਕੈਪ ਪਲਸ ਜ਼ੈਡ ਕੇ ਕੈਪ ਦੇ ਇਕੁਅਲ। ਤੇ ਜਿਹੜੀ ਵੈਲੋਸਿਟੀ ਹੈ ਸਾਡੇ ਕੋਲ ਉਹ ਬਰਾਬਰ ਹੈ ਆਪਣੇ ਕੋਲ ਡੀ ਐਕਸ ਅਪੋਨ ਡੀ ਟੀ ਆਈ ਕੈਪ ਪਲਸ ਡੀ ਵਾਈ ਅਪੋਨ ਡੀ ਟੀ ਜੇ ਕੈਪ ਪਲਸ ਡੀ ਜ਼ੈਡ ਅਪੋਨ ਡੀ ਟੀ ਕੇ ਕੈਪ ਦੇ ਇਕੁਅਲ। ਤੇ ਸਾਨੂੰ ਪਤਾ ਹੈ ਅਸੀਂ ਇੱਥੇ ਵੈਲੋਸਿਟੀ ਨੂੰ ਜਿਹੜਾ ਹੈ ਉਹ ਆਪਾਂ ਲਿਖ ਸਕਦੇ ਹਾਂ ਕੰਪੋਨੈਂਟ ਦੀ ਫਾਰਮ ਦੇ ਵਿੱਚ ਐਕਸ ਵਾਈ ਤੇ ਜ਼ੈਡ ਦੇ। ਹੁਣ ਰਾਜੇ ਇੱਥੇ ਜਿਹੜੀ ਨਵੀਂ ਟਰਮ ਮੈਂ ਇੰਟਰੋਡਿਊਸ ਕਰ ਰਿਹਾ ਉਹ ਹੈ ਐਕਸ ਡਾਟ ਆਈ ਕੈਪ ਪਲਸ ਵਾਈ ਡਾਟ ਜੇ ਕੈਪ ਪਲਸ ਜ਼ੈਡ ਡਾਟ ਕੇ ਕੈਪ। ਜਿਹੜਾ ਐਕਸ ਡਾਟ ਹੈ ਆਪਣੇ ਕੋਲ ਉਹ ਰਿਪਰੈਜ਼ੈਂਟ ਕਰ ਰਿਹਾ ਹੈ ਡੀ ਐਕਸ ਅਪੋਨ ਡੀ ਟੀ ਨੂੰ, ਮਤਲਬ ਐਕਸ ਦਾ ਇੱਕ ਵਾਰ ਡਿਫਰੈਂਸ਼ੀਏਸ਼ਨ, ਤੇ ਵਾਈ ਡੈਸ਼ ਰਿਪਰੈਜ਼ੈਂਟ ਕਰ ਰਿਹਾ ਡੀ ਵਾਈ ਅਪੋਨ ਡੀ ਟੀ ਨੂੰ, ਮਤਲਬ ਵਾਈ ਦਾ ਇੱਕ ਵਾਰ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਟਾਈਮ। ਤੇ ਡੀ ਜ਼ੈਡ ਜ਼ੈਡ ਡਾਟ ਆਪਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਡੀ ਜ਼ੈਡ ਅਪੋਨ ਡੀ ਟੀ ਨੂੰ, ਜ਼ੈਡ ਦਾ ਡਿਫਰੈਂਸ਼ੀਏਸ਼ਨ ਵਿਦ ਰਿਸਪੈਕਟ ਟੂ ਟਾਈਮ ਦੇ। ਸਿਮਿਲਰਲੀ ਅਗਰ ਇਹ ਤਾਂ ਸੀਗੀ ਸਾਡੇ ਕੋਲ ਵੈਲੋਸਿਟੀ ਦੀ ਰਿਪਰੈਜ਼ੈਂਟੇਸ਼ਨ ਇਨ ਦਾ ਫਾਰਮ ਆਫ ਡਾਟ, ਲੇਕਿਨ ਅਗਰ ਅਸੀਂ ਐਸਲਰੇਸ਼ਨ ਨੂੰ ਰਿਪਰੈਜ਼ੈਂਟ ਕਰਨਾ ਹੋਵੇ ਤਾਂ ਸਾਨੂੰ ਇਹ ਪਤਾ ਹੈ ਕਿ ਜਿਹੜੀ ਐਸਲਰੇਸ਼ਨ ਹੈ ਸਾਡੇ ਕੋਲ ਇਹ ਉਹ ਬਰਾਬਰ ਹੁੰਦੀ ਹੈ
ए एक्स साढ़े कोल बराबर किस दे राजे ए एक्स बराबर है डी वी एक्स अपॉन डी टी दे, ते डी वी एक्स अपॉन डी टी, तो सानू पता है असी वी एक्स की जगह मतलब वेलोसिटी कंपोनेंट ऑफ एक्स उन्होंने असी लिख सकते हैं एक्स डॉट के इक्वल, तो अपने कोल की आ गया डी बाय डी टी ऑफ एक्स डॉट, तो इसनों असी लिख सकते हैं एक्स डबल डॉट के नाल। डबल डॉट एक्स किनू रिप्रजेंट कर रहा है, एक्स डबल डॉट रिप्रजेंट कर रहा है राजे डी टू एक्स अपॉन डी टी स्केयर नू। सिमिलरली अगर गल करिए ए वाई की, तो ए वाई अपने को आजू डी अपॉन डी टी वी वाई के इक्वल, जो कि रिप्रजेंट कर रहा है वी वाई किस रिप्रजेंट कर रहा है, वो रिप्रजेंट कर रहा है वाई डॉट में, तो अपने को आजू रजे डी बाई डी टी ऑफ वाई डॉट, जिसनों असी लिख सकते हैं वाई डबल डॉट के इक्वल, तो वाई डबल डॉट कि आ गया साढ़े को आ गया डी टू वाई अपॉन डी टी स्केयर। सिमिलरली साढ़े को जैड डबल डॉट कि आ गया डी टू जैड अपॉन डी टी स्केयर। तो हम रजे असी एक्सलरेशन की जी इक्वेशन है उसनों किस तरह लिख सकते हैं, जी आह इक्वेशन असी फाइंड आउट की सी, वो अपने को आ गई एक्सलरेशन वैक्टर सानू पता बराबर है ए एक्स आई कैप दे ए वाई जे कैप दे प्लस ए जैड के कैप दे इक्वल, तो असी ए एक्स नू किना लिखिया एक्स डबल डॉट, तो ए वाई नू किना लिखिया वाई डबल डॉट, तो ए जैड नू किना लिखिया जैड डबल डॉट, तो साडे कोल ए वैक्टर जिहड़ा वो किना आ जाएगा एक्स डबल डॉट आई कैप प्लस वाई डबल डॉट जे कैप प्लस जैड डबल डॉट के कैप के इक्वल, तो ये भी साढ़े कोल की आ गया एक्सलरेशन वैक्टर का फॉर्मूला आ गया। अगर एरिया ते वॉल्यूम फाइंड आउट करना होवे तो एरिया हुंदा है रजे ओपन सरफेस लई ते वॉल्यूम हुंदा साढ़े कोल क्लोज्ड सरफेस लई। दो तरह के सरफेस ने साढ़े कोल, मैं लिख दिना इत्थे एरिया साढ़े कोल जिहड़ा है रजे एरिया साढ़े कोल हुंदा है ओपन सरफेस लई, ते जिहड़ा साढ़े कोल वॉल्यूम हुंदा है वो साढ़े कोल किस लिए हुंदा है, वो हुंदा है क्लोज्ड सरफेस लई, क्लोज्ड सरफेस लई। हुण गल करिए सब तो पहला एरिया की, तो अपने कोल दो तरह के सरफेस ने, सपोज अपने कोल इत्थे एक शीट है, सपोज ये अपने कोल एक शीट है, ये शीट की जिहड़ी आह अपने कोल लेंथ दे रखी है ते आ दे रखी है ब्रैड्थ, तो ये एरिया इसका जिहड़ा होएगा ये इसका ओपन एरिया है, इसनों ओपन सरफेस में असीं की कहांगे, ये अपने कोल ओपन सरफेस है, तो ये आपां की अपने कोल एरिया इस शीट का ना, आ सारा अपने कोल की है एरिया इस शीट का जो कि ओपन सरफेस है। तो जे एरिया फाइंड आउट करना असीं किस तरह फाइंड आउट करांगे, सिंपली रिलेशन सानू पता है कि असीं जिहड़ी लेंथ है उसनूं मल्टीप्लाई कर देंगे ਉਹਦੇ ब्रैड्थ ਦੇ ਨਾਲ, ਸਾਡੇ ਕੋਲ ਕਿੰਨਾ आ जाएगा एरिया एल बी, ਸਾਡੇ ਕੋਲ एरिया आ जाएगा, बट एरिया वैक्टर क्वांटिटी है ये भी सानू पता है, तो इसकी डायरैक्शन भी होगी, ये तो असीं मैगनीट्यूड फाइंड आउट कर लिया, पर एरिया तो वैक्टर क्वांटिटी है तो जी डायरैक्शन भी होगी, तो वो किस वाल होगी, बिकॉज साढ़े कोल एक सरफेस है पर एरिया दो ने। अगर गल करिए इत्थे साढ़े कोल सरफेस एक है लेकिन एरिया दो ने, एक एरिया जिहड़ा साढ़े कोल वो पॉइंट आउट कर रहा है उपर वाल, जिसनों असीं A1 जिहड़ा है यूनिट वैक्टर दे नाल रिप्रजेंट करांगे A1 कैप दे नाल, एक एरिया जिहड़ा रजे वो आपां नूं रिप्रजेंट कर रहा है नीचे वाल जिहड़ा आपां नूं जिसनों आपां कहांगे A2 कैप दे नाल, A2 यूनिट वैक्टर दे नाम नाल। सो देयर आर टू डायरैक्शंस ऑफ एरिया कोरस्पोंडिंग टू वन सरफेस, देयर आर two directions of area, two directions of area corresponding to one सरफेस, एक सरफेस के कोरस्पोंडिंग साढ़े कोल दो एरिया डायरैक्शनस जिहड़ियां आ गई। तो डायरैक्शन लिखने लिए असी डेफिनेशन किहड़ी यूज़ करते हैं रजे उस चीज़ का ध्यान रखना, असी यूज़ करते हैं डेफिनेशन कि एरिया ऑफ पैरेललोग्राम जिहड़ा है साढ़े कोल बराबर हुंदी है ए वैक्टर क्रॉस बी वैक्टर दे, एरिया ऑफ पैरेललोग्राम बराबर है साढ़े कोल ए वैक्टर क्रॉस बी वैक्टर। इस जिहड़ी डेफिनेशन का असीं यूज़ करते हैं टू फाइंड द डायरैक्शन ऑफ एरिया। हुण रजे ए वैक्टर ते बी वैक्टर अपने कोल की ने, ये साइड्स ने पैरेललोग्राम दियां, देख लेने किस तरह इत्थे अगे डायग्राम बना के देख लेने किस तरह असीं जिहड़ा ए वैक्टर ते बी वैक्टर नूं साइड्स क्या गा साढ़े कोल रजे सपोज आह जिहड़ी आ लाइन है ये रिप्रजेंट कर रही है अपने कोल ए वैक्टर नूं, जिहड़ी आ साइड अपने कोल रिप्रजेंट कर रही है ए वैक्टर नूं, ते आ अपने कोल रिप्रजेंट कर रही है सपोज बी वैक्टर नूं। ते आपां की करांगे कंस्ट्रक्शन दे नाल ना इस नूं थोड़ा अगे वधा के तां इस नूं जिहड़ा है पूरी कंस्ट्रक्शन नूं स्ट्रक्चर नूं बना देवांगे पैरेललोग्राम दे रूप दे विच।
ਜਾਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਸਿੰਪਲੀ ਸਰਫੇਸ ਬਣਾ ਦੇਵਾਂਗੇ। ਇਹ ਸਰਫੇਸ ਦਾ ਏਰੀਆ ਫਾਈਂਡ ਆਊਟ ਕਰਨਾ ਹੈ ਨਾ, ਤਾਂ ਅਸੀਂ ਫਾਈਂਡ ਆਊਟ ਕਰਾਂਗੇ, ਕੀ ਫਾਈਂਡ ਆਊਟ ਕਰਾਂਗੇ, ਬਾਈ ਡੈਫੀਨੇਸ਼ਨ ਦੇ ਥਰੂ ਅਸੀਂ ਫਾਈਂਡ ਕਰਨਾ ਹੈ ਏਰੀਆ। ਤਾਂ ਅਸੀਂ ਫਾਈਂਡ ਕੀ ਕਰਾਂਗੇ, ਅਸੀਂ ਫਾਈਂਡ ਕਰਾਂਗੇ ਏ ਵੈਕਟਰ ਕ੍ਰੋਸ ਬੀ ਵੈਕਟਰ, ਤੇ ਜੇ ਅਸੀਂ ਏ ਵੈਕਟਰ ਕ੍ਰੋਸ ਬੀ ਵੈਕਟਰ ਫਾਈਂਡ ਆਊਟ ਕਰ ਲਿਆ ਤਾਂ ਸਾਡੇ ਕੋਲ ਏਰੀਆ ਆ ਜਾਵੇਗਾ ਇਸ ਪਾਰਟੀਕੂਲਰ ਸਰਫੇਸ ਦਾ, ਜਿਸ ਨੂੰ ਅਸੀਂ ਪੈਰਲੋਗ੍ਰਾਮ ਕਹਿ ਰਹੇ ਹਾਂ। ਡਾਇਗਰਾਮ ਜਿਹੜੀ ਹੈ ਰਾਜੇ ਉਹ ਰਫਲੀ ਬਣਾਈ ਹੈ, ਇਸ ਕਰਕੇ ਤੁਸੀਂ ਜਿਹੜਾ ਆਪਣੇ ਨੋਟਸ ਜਿਹੜੇ ਖੁਦ ਬਣਾਉਣੇ ਨੇ, ਆਪਣੇ ਨੋਟਸ ਦੇ ਵਿੱਚ ਪ੍ਰੋਪਰ ਡਾਇਗਰਾਮਸ ਬਣਾਉਣੀਆਂ ਨੇ। ਤਾਂ ਏ ਵੈਕਟਰ ਕ੍ਰੋਸ ਬੀ ਵੈਕਟਰ ਜਿਹੜਾ ਅਸੀਂ ਫਾਈਂਡ ਆਊਟ ਕਰਨਾ ਹੈ। ਹੁਣ ਰਾਜੇ ਇੱਥੇ ਅਸੀਂ ਕੀ ਯੂਜ਼ ਕਰਾਂਗੇ, ਅਤੇ ਜਿਹੜਾ ਆਪਣੇ ਕੋਲ ਯੂਜ਼ ਕਰਾਂਗੇ ਰਾਈਟ ਹੈਂਡ ਥੰਬ ਰੂਲ। ਤਾਂ ਜਿਹੜਾ ਰਾਈਟ ਹੈਂਡ ਥੰਬ ਰੂਲ ਹੈ ਉਹਦੇ ਅਕੋਰਡਿੰਗ ਇਸ ਏਰੀਆ ਦੀ ਜਿਹੜੀ ਡਾਇਰੈਕਸ਼ਨ ਜਿਹੜੀ ਆਪਣੇ ਕੋਲ ਨਿਕਲ ਜਾਵੇਗੀ। ਕਿਉਂ, ਕਿਉਂਕਿ ਰਾਈਟ ਹੈਂਡ ਥੰਬ ਰੂਲ ਜਿਹੜਾ ਸਾਨੂੰ ਦਿੰਦਾ ਹੈ ਡਾਇਰੈਕਸ਼ਨ ਦਿੰਦਾ ਹੈ ਕ੍ਰੋਸ ਪ੍ਰੋਡਕਟ ਦੀ। ਜਦੋਂ ਸਾਡੇ ਕੋਲ ਕ੍ਰੋਸ ਪ੍ਰੋਡਕਟ ਹੁੰਦਾ ਤਾਂ ਅਸੀਂ ਜਿਹੜਾ ਰਾਈਟ ਹੈਂਡ ਥੰਬ ਰੂਲ ਯੂਜ਼ ਕਰਦੇ ਹਾਂ ਡਾਇਰੈਕਸ਼ਨ ਨੂੰ ਫਾਈਂਡ ਆਊਟ ਕਰਨ ਲਈ। ਇਸ ਰੂਲ ਦੇ ਅਕੋਰਡਿੰਗ ਸਾਨੂੰ ਪਤਾ ਹੈ ਕਿ ਜਿਹੜਾ ਏ ਵੈਕਟਰ ਹੈ, ਏ ਵੈਕਟਰ ਦੀ ਸਾਈਡ ਜਿਹੜਾ ਰਾਈਟ ਹੈਂਡ ਸਾਈਡ, ਇੱਥੇ ਰਾਈਟ ਹੈਂਡ ਸਾਈਡ ਰਾਈਟ ਹੈਂਡ ਯੂਜ਼ ਕਰਨਾ ਹੈ, ਲੈਫਟ ਹੈਂਡ ਨਹੀਂ ਯੂਜ਼ ਕਰਨਾ। ਤਾਂ ਅਸੀਂ ਕੀ ਕਰਨਾ, ਜਿਹੜੀ ਸਾਡੇ ਕੋਲ ਏ ਵੈਕਟਰ ਹੈ, ਏ ਵੈਕਟਰ ਦੀ ਸਾਈਡ ਜਿਹੜਾ ਹੈ ਅਸੀਂ ਰਾਈਟ ਹੈਂਡ ਦੀਆਂ ਫਿੰਗਰਸ ਨੂੰ ਜਿਹੜਾ ਅਲਾਈਨ ਕਰ ਲੈਣਾ। ਇਸ ਸਾਈਡ ਸਾਡੀਆਂ ਜਿਹੜੀਆਂ ਸਾਰੀਆਂ ਫਿੰਗਰਸ ਨੇ ਅਲਾਈਨ ਕਰ ਲੈਣਾ। ਤੁਸੀਂ ਜਿਹੜਾ ਹੁਣ ਵੀ ਪ੍ਰੈਕਟਿਸ ਕਰ ਸਕਦੇ ਹੋ ਦੇਖਦੇ ਦੇਖਦੇ। ਤਾਂ ਇਸ ਸਾਈਡ ਜਿਹੜੀ ਅਸੀਂ ਫਿੰਗਰਸ ਨੂੰ ਰਾਈਟ ਹੈਂਡ ਸਾਈਡ ਦੀ ਨੂੰ ਅਲਾਈਨ ਕਰ ਲੈਣਾ, ਤੇ ਬੀ ਸਾਈਡ ਦੇ ਵੱਲ ਫਿੰਗਰਸ ਨੂੰ ਘੁਮਾ ਲੈਣਾ, ਉਹਨੂੰ ਅੰਦਰ ਵੱਲ ਬੀ ਸਾਈਡ ਤੇ ਬੀ ਸਾਈਡ ਵੱਲ ਇਸ ਤਰ੍ਹਾਂ ਫਿੰਗਰਸ ਨੂੰ ਕੀ ਕਰਨਾ, ਘੁਮਾ ਲੈਣਾ। ਪਹਿਲਾਂ ਤੁਸੀਂ ਏ ਸਾਈਡ ਦੇ ਵੱਲ ਆਪਣੀ ਸਾਰੀ ਫਿੰਗਰਸ ਨੂੰ ਅਲਾਈਨ ਕਰੋ, ਤੇ ਫਿਰ ਤੁਸੀਂ ਉਹਨੂੰ ਬੀ ਸਾਈਡ ਦੇ ਵੱਲ ਜਿਹੜਾ ਘੁਮਾਓ। ਤਾਂ ਇਸ ਤਰ੍ਹਾਂ, ਜਿਸ ਤਰ੍ਹਾਂ ਮੈਂ ਜਿਹੜਾ ਕਹਿ ਰਿਹਾ ਕਿ ਏ ਤੋਂ ਬੀ ਵੱਲ ਜਾਣਾ ਹੈਗਾ, ਕਿਉਂਕਿ ਅਸੀਂ ਏ ਕ੍ਰੋਸ ਬੀ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਆਹ ਸਰਫੇਸ ਆਹ ਏਰੀਆ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਏ ਕ੍ਰੋਸ ਬੀ ਫਾਈਂਡ ਆਊਟ ਕਰਨ ਲਈ। ਜਦੋਂ ਬੀ ਕ੍ਰੋਸ ਏ ਫਾਈਂਡ ਆਊਟ ਕਰਾਂਗੇ ਉਦੋਂ ਅਲੱਗ ਜਿਹੜਾ ਕੰਸੈਪਟ ਜਿਹੜਾ ਉਹ ਵੀ ਅੱਗੇ ਐਗਜ਼ਾਮਪਲ ਦੇ ਥਰੂ ਅਸੀਂ ਸਮਝ ਲਾਵਾਂਗੇ। ਹੁਣ ਜਦੋਂ ਅਸੀਂ ਏ ਕ੍ਰੋਸ ਬੀ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਏ ਤੋਂ ਬੀ ਸਾਈਡ ਵੱਲ ਜਾਵਾਂਗੇ। ਜੋ ਸਾਡਾ ਥੰਬ ਹੈ ਹਨਾ, ਜੋ ਥੰਬ ਹੈ ਸਾਡਾ ਜਿਸ ਡਾਇਰੈਕਸ਼ਨ ਵੱਲ ਅਲਾਈਨ ਹੋ ਜਾਵੇਗਾ ਉਹ ਡਾਇਰੈਕਸ਼ਨ ਆਪਣੇ ਕੋਲ ਕੀ ਹੋਵੇਗੀ, ਏਰੀਆ ਵੈਕਟਰ ਦੀ। ਹੁਣ ਤੁਸੀਂ ਏ ਸਾਈਡ ਵੱਲ ਆਪਣੀ ਸਾਰੀ ਫਿੰਗਰਸ ਲੈ ਗਏ ਤੇ ਫਿਰ ਬੀ ਵੈਕਟਰ ਵੱਲ ਜਿਹੜਾ ਆਪਣੀ ਫਿੰਗਰਸ ਨੂੰ ਘੁਮਾ ਦਿੱਤਾ, ਤੇ ਉਸ ਤੋਂ ਬਾਅਦ ਜਿਹੜੀ ਡਾਇਰੈਕਸ਼ਨ 'ਚ ਤੁਹਾਡਾ ਥੰਬ ਅੰਗੂਠਾ ਅਲਾਈਨ ਹੋਵੇਗਾ, ਪੁਆਇੰਟ ਆਊਟ ਕਰ ਰਿਹਾ ਹੋਵੇਗਾ, ਉਹ ਡਾਇਰੈਕਸ਼ਨ ਜਿਹੜੀ ਹੋਵੇਗੀ ਸਾਡੇ ਕੋਲ ਏਰੀਆ ਵੈਕਟਰ ਦੀ ਹੋਵੇਗੀ। ਅਗਰ ਇਸ ਕੇਸ ਦੀ ਗੱਲ ਕਰੀਏ, ਜਿਹੜਾ ਸਾਡਾ ਥੰਬ ਹੈ ਉਹ ਆਊਟਵਰਡ ਨੂੰ, ਬਾਹਰ ਵੱਲ ਨੂੰ ਜਿਹੜਾ ਆਪਣੇ ਕੋਲ, ਤੁਸੀਂ ਕੀ ਕਰੋ ਪ੍ਰੋਪਰ ਜਿਹੜੀ ਏ ਵੱਲ ਆਪਣੀ ਫਿੰਗਰਸ ਨੂੰ ਪੁਆਇੰਟ ਆਊਟ ਕਰੋ ਤੇ ਫਿਰ ਉਸ ਨੂੰ ਬੀ ਵੱਲ ਲੈ ਕੇ ਜਾਓ। ਤਾਂ ਜਿਹੜਾ ਸਾਡਾ ਅੰਗੂਠਾ ਹੈ ਉਹ ਕਿਸ ਵੱਲ ਨੂੰ ਪੁਆਇੰਟ ਆਊਟ ਕਰੇਗਾ, ਕਿਸ ਡਾਇਰੈਕਸ਼ਨ ਨੂੰ ਪੁਆਇੰਟ ਆਊਟ ਕਰੇਗਾ, ਉਹ ਕਰੇਗਾ ਆਊਟਸਾਈਡ ਨੂੰ। ਤੇ ਅਸੀਂ ਆਊਟਸਾਈਡ ਜਿਹੜੀ ਡਾਇਰੈਕਸ਼ਨ ਹੈ ਉਸ ਨੂੰ ਪੁਆਇੰਟ ਨਾਲ ਰਿਪਰੈਜ਼ੈਂਟ ਜਿਹੜਾ ਆਪਾਂ ਕਰਦੇ ਹਾਂ। ਸੋ ਇਸ ਏਰੀਆ ਵੈਕਟਰ ਦੀ ਡਾਇਰੈਕਸ਼ਨ ਸਾਡੇ ਕੋਲ ਕੀ ਹੋਵੇਗੀ, ਇਸ ਦੀ ਡਾਇਰੈਕਸ਼ਨ ਕੀ ਹੋਵੇਗੀ, ਆਊਟਵਰਡ ਹੋਵੇਗੀ ਤੇ ਪਰਪੈਂਡੀਕੂਲਰ ਹੋਵੇਗੀ। ਠੀਕ ਹੈ ਜੀ। ਵੈਕਟਰ ਜਿਹੜੇ ਨੇ ਸਾਡੇ ਕੋਲ ਏ ਵੈਕਟਰ ਬੀ ਵੈਕਟਰ ਨੂੰ ਅਸੀਂ ਐਕਸਪ੍ਰੈਸ ਕਰਨਾ ਹੈ ਡਿਫਰੈਂਟ ਕੋਆਰਡੀਨੇਟਸ ਦੇ ਵਿੱਚ। ਹੁਣ ਅਸੀਂ ਕੀ ਹੈ ਏ ਤੇ ਬੀ ਦੇ ਜਿਹੜੇ ਕੋਆਰਡੀਨੇਟਸ ਵੀ ਜਿਹੜੇ ਆ ਉਹਨਾਂ ਨੂੰ ਵੀ ਐਕਸਪ੍ਰੈਸ ਕਰਨਾ ਹੈ। ਤਾਂ ਰਾਜੇ ਸਪੋਜ਼ ਜਿਹੜਾ ਆਹ ਪੁਆਇੰਟ ਆ ਸਾਡੇ ਕੋਲ ਏ ਦੇ ਕੋਆਰਡੀਨੇਟਸ ਨੇ ਸਾਡੇ ਕੋਲ x, y, z, ਤੇ ਜਿਹੜਾ ਇਹ ਪੁਆਇੰਟ ਆ ਸਾਡੇ ਕੋਲ ਇਸ ਦੇ ਕੋਆਰਡੀਨੇਟਸ ਨੇ a, b, c। ਤਾਂ ਜਦੋਂ ਅਸੀਂ ਹੁਣ ਐਕਸਪ੍ਰੈਸ ਕਰਨਾ ਹੈ ਏ ਵੈਕਟਰ ਨੂੰ ਐਜ਼ ਅ ਕੋਆਰਡੀਨੇਟ ਦੀ ਫਾਰਮ ਦੇ ਵਿੱਚ ਇਨ ਕਾਰਟੀਜ਼ਨ ਸਿਸਟਮ ਦੇ ਵਿੱਚ x i ਕੈਪ y j ਕੈਪ ਪਲਸ z k ਕੈਪ ਦੇ ਨਾਲ ਅਸੀਂ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਤੇ ਜਿਹੜਾ ਸਾਡੇ ਕੋਲ ਦੂਸਰਾ ਪੁਆਇੰਟ ਹੈ ਜਿਸ ਦੇ ਕੋਆਰਡੀਨੇਟਸ ਅਸੀਂ ਲਿੱਤੇ ਨੇ a, b, c, ਉਸ ਨੂੰ ਅਸੀਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਉਸ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ b ਵੈਕਟਰ ਇਜ਼ ਇਕੁਅਲ ਟੂ a i ਕੈਪ ਪਲਸ b j ਕੈਪ ਪਲਸ c k ਕੈਪ ਦੇ ਨਾਲ। a ਪੁਆਇੰਟ ਦੇ ਕੋਆਰਡੀਨੇਟ ਸਾਡੇ ਕੋਲ ਕੀ ਨੇ, x y z, ਤੇ b ਪੁਆਇੰਟ ਦੇ ਕੋਆਰਡੀਨੇਟ ਸਾਡੇ ਕੋਲ ਕਿੰਨੇ ਨੇ, a b c ਸਮਾਲ ਲੈਟਰ। ਇਹ ਸਾਡੇ ਕੋਲ ਕਾਰਟੀਜ਼ਨ ਕੋਆਰਡੀਨੇਟ ਨੇ। ਤਾਂ ਏਰੀਆ ਅਸੀਂ ਸੇਮ ਡੈਫੀਨੇਸ਼ਨ ਨਾਲ ਫਾਈਂਡ ਆਊਟ ਕਰਾਂਗੇ। ਏਰੀਆ ਫਾਈਂਡ ਆਊਟ ਕਰਨ ਲਈ ਅਸੀਂ ਕੀ ਕਿਹਾ ਸੀ, ਏਰੀਆ ਹੁੰਦਾ ਹੈ ਸਾਡੇ ਕੋਲ a ਵੈਕਟਰ ਕ੍ਰੋਸ b ਵੈਕਟਰ ਦੇ ਇਕੁਅਲ ਹੈ ਨਾ। ਬਟ ਕੋਆਰਡੀਨੇਟ ਕਾਰਟੀਜ਼ਨ ਫਾਰਮ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਗਿਵਨ ਹੋਵੇਗਾ ਰਾਜੇ, ਸਪੋਜ਼ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਨਾ ਇਸ ਕੰਸੈਪਟ ਨੂੰ ਸਮਝਦੇ ਹਾਂ। ਇੱਕ ਐਗਜ਼ਾਮਪਲ ਲੈ ਲੈਣੇ ਇੱਥੇ ਨੀਚੇ। ਐਗਜ਼ਾਮਪਲ ਕੀ ਹੈ ਸਾਡੇ ਕੋਲ, ਇੱਕ ਸੈਕਿੰਡ ਐਗਜ਼ਾਮਪਲ ਲੈ ਲੈਣੇ ਨੀਚੇ। ਹੁਣ ਸਮਝਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਫਾਈਂਡ ਆਊਟ ਕਰਨਾ ਹੈ। ਸਪੋਜ਼ ਰਾਜੇ ਸਾਡੇ ਕੋਲ ਇਹ ਵੈਕਟਰ ਹੈ ਤੇ ਆ ਆਪਣੇ ਕੋਲ ਕੀ ਹੈ ਬੀ ਵੈਕਟਰ ਦੇ ਰੱਖਿਆ। ਸਪੋਜ਼ ਆ ਆਪਣੇ ਕੋਲ ਏ ਵੈਕਟਰ ਹੈ ਤੇ ਬੀ ਵੈਕਟਰ ਹੈ। ਸਾਨੂੰ ਕਿਹਾ ਗਿਆ ਕਿ ਫਾਈਂਡ ਕਰੋ ਏ ਵੈਕਟਰ
क्रॉस बी वैक्टर। तो सब तो पहला ਅਸੀਂ ਕੰਸਟਰਕਸ਼ਨ ਕਰਾਂਗੇ। ਕੰਸਟਰਕਸ਼ਨ ਦੇ ਵਿੱਚ ਕੀ ਕਰਾਂਗੇ, ਇਸ ਪੂਰੇ ਸਰਫੇਸ ਨੂੰ ਜਿਹੜਾ ਹੈ ਬਣਾਵਾਂਗੇ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜਾ ਆਹ ਏਰੀਆ ਹੋਊਗਾ, ਸਰਫੇਸ ਹੋਊਗਾ, ਇਹਦਾ ਅਸੀਂ ਏਰੀਆ ਫਾਈਂਡ ਆਊਟ ਕਰਨਾ ਹੈ ਨਾ। ਓਪਨ ਸਰਫੇਸ ਅਸੀਂ ਗੱਲ ਕੀਤੀ ਸੀ ਏਰੀਆ ਬਾਰੇ। ਤਾਂ ਸਾਨੂੰ ਕੀ ਕਿਹਾ ਗਿਆ, ਫਾਈਂਡ ਕਰੋ A क्रॉस B ਤੇ ਫਾਈਂਡ ਕਰੋ B क्रॉस A ਵੀ, ਦੋਨਾਂ ਨੂੰ ਫਾਈਂਡ ਕਰਨਾ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ B क्रॉस A ਨੂੰ ਫਾਈਂਡ ਆਊਟ ਕਰਦੇ ਹਾਂ, ਕਿਉਂਕਿ A क्रॉस B ਨੂੰ ਅਸੀਂ ਆਲਰੇਡੀ ਡਿਸਕਸ ਕੀਤਾ ਹੈ। ਜੇ B क्रॉस A ਆ ਜਾਏ ਤਾਂ ਫਿਰ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੰਪਲੀਟ ਕਰ ਲਿਆ ਸਰਫੇਸ। ਹੁਣ ਜਿਹੜਾ ਏਰੀਆ ਹੋਊਗਾ ਇਸ ਸਰਫੇਸ ਦਾ ਉਹ ਹੋਏਗਾ ਰਾਜੇ B क्रॉस A। ਅਸੀਂ ਕਿਹਾ B क्रॉस A ਫਾਈਂਡ ਆਊਟ ਕਰਨਾ, ਅਸੀਂ ਕਿਹਾ ਵੀ ਉਹ ਤਾਂ ਏਰੀਆ ਹੈ ਤਾਂ ਸਰਫੇਸ ਦਾ, ਹੈ ਨਾ। ਤੇ ਸਾਨੂੰ ਇਹ ਵੀ ਪਤਾ ਕਿ ਕ੍ਰਾਸ ਪ੍ਰੋਡਕਟ ਦੇ ਵਿੱਚ B क्रॉस A ਬਰਾਬਰ ਹੁੰਦਾ BA ਸਾਈਨ ਥੀਟਾ ਦੇ, ਤੇ ਥੀਟਾ ਕੀ ਹੈ ਸਾਡੇ ਕੋਲ, ਐਂਗਲ ਬਿਟਵੀਨ B ਐਂਡ A। ਹੁਣ ਇਸ ਕੇਸ ਦੇ ਵਿੱਚ ਤਾਂ ਸਾਨੂੰ ਪਤਾ ਥੀਟਾ ਜਿਹੜਾ ਉਹ ਆਪਣੇ ਕੋਲ ਕਿੰਨਾ 90 ਡਿਗਰੀ। ਜਦੋਂ ਅਸੀਂ ਥੀਟਾ ਫਾਈਂਡ ਪੁੱਟ ਕਰਾਂਗੇ ਤਾਂ ਸਾਡੇ ਕੋਲ ਕੀ ਆ ਜੂ, BA ਆ ਜੂ। ਇਹ ਤਾਂ ਅਗਰ ਆਪਣੇ ਕੋਲ ਮੈਗਨੀਟਿਊਡ ਏਰੀਏ ਦਾ ਮੈਗਨੀਟਿਊਡ ਆ ਗਿਆ ਤਾਂ ਏਰੀਆ ਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਸੀ ਇੱਥੇ ਛੱਡਤਾ ਸੀਗਾ, ਕਿਉਂਕਿ ਉਹ ਪਾਰਟੀਕੂਲਰ ਕੁਐਸਚਨ ਨਹੀਂ ਸੀ। ਹੁਣ ਇੱਥੇ ਸੀ ਆਪਣੇ ਕੋਲ A ਵੀ ਆ ਗਿਆ B ਵੀ ਆ ਗਿਆ, A क्रॉस B ਕਰਾਂਗੇ, ਜਦੋਂ ਇਹਨਾਂ ਦੀ ਕ੍ਰਾਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਮੈਗਨੀਟਿਊਡ ਆ ਜਾਊਗਾ। ਤੇ ਇਹਨਾਂ ਵਿੱਚ ਐਂਗਲ ਆਪਣੇ ਕੋਲ ਥੀਟਾ, ਅਸੀਂ ਇਸ ਨੂੰ ਕੀ ਲਿਖ ਸਕਦੇ ਹਾਂ, AB ਸਾਈਨ ਥੀਟਾ। ਜਿਹੜਾ ਥੀਟਾ ਐਂਗਲ ਹੋਊਗਾ ਉਹ ਪੁੱਟ ਕਰ ਦੇਣਾ ਤੇ AB ਦੀ ਜਿਹੜੀ ਆਪਣੇ ਕੋਲ ਕ੍ਰਾਸ ਪ੍ਰੋਡਕਟ ਜਿਹੜੀ ਆ ਜਾਏਗੀ, A ਤੇ B ਜਿਹੜੇ ਆਪਾਂ ਨੂੰ ਮਲਟੀਪਲਾਈ ਕਰਕੇ ਆਪਣੇ ਕੋਲ ਆ ਜਾਏਗਾ, ਕਿਉਂਕਿ ਜੇ ਸਾਈਨ ਥੀਟਾ ਭਰ ਦਾਂਗੇ ਉਹਦੀ ਵੈਲਿਊ ਆ ਜੂਗੀ, AB ਦੀ ਵੈਲਿਊ ਆ ਜੂਗੀ, ਤਾਂ A क्रॉस B ਆਪਣੇ ਕੋਲ ਵੈਕਟਰ ਦੀ ਵੈਲਿਊ ਆ ਜੂਗੀ। ਉਹੀ ਸੇਮ ਜਿਹੜਾ ਇਹ ਐਗਜ਼ਾਮਪਲ ਜਾਂ ਇੱਥੇ ਮੈਂ ਵੈਲਿਊਜ਼ ਲੈ ਕੇ ਸੋਲਵ ਕਰ ਰਿਹਾ, ਥੀਟਾ 90 ਡਿਗਰੀ ਲੈ ਲਿਆ ਆਪਣੇ ਕੋਲ ਜਿਹੜਾ ਇੱਥੇ ਬਣ ਰਿਹਾ, ਤਾਂ ਆਪਣੇ ਕੋਲ BA ਸਾਈਨ ਥੀਟਾ ਕੀ ਆ ਗਿਆ, BA। ਇਹ ਤਾਂ ਆਪਣੇ ਕੋਲ ਆ ਗਿਆ ਮੈਗਨੀਟਿਊਡ, ਏਰੀਆ ਦਾ ਮੈਗਨੀਟਿਊਡ। ਲੇਕਿਨ ਅਸੀਂ ਡਾਇਰੈਕਸ਼ਨ ਵੀ ਫਾਈਂਡ ਆਊਟ ਕਰਨੀ ਹੈ ਨਾ। ਡਾਇਰੈਕਸ਼ਨ ਕਿਸ ਤਰ੍ਹਾਂ ਫਾਈਂਡ ਆਊਟ ਕਰਾਂਗੇ, ਤਾਂ ਲੈਟਸ ਸੇ ਜਿਹੜਾ ਆਪਣੇ ਕੋਲ B क्रॉस A ਹੈ ਉਹ ਬਰਾਬਰ ਹੈ ਆਪਣੇ ਕੋਲ BA ਸਾਈਨ ਥੀਟਾ ਐਨ ਕੈਪ ਦੇ। ਜਿਹੜਾ ਐਨ ਕੈਪ ਆ ਉਹ ਡਾਇਰੈਕਸ਼ਨ ਦੱਸ ਰਿਹਾ ਇਸ ਸਾਈਡ ਦੀ। B क्रॉस A B ਵੈਕਟਰ क्रॉस A ਵੈਕਟਰ B, ਕਿਉਂਕਿ ਵੈਕਟਰ ਜਿਹੜਾ ਉਹ ਆਪਣੇ ਆਪ ਦੇ ਵਿੱਚ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ। ਤਾਂ ਦੋਨਾਂ ਜਿਹੜੀ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ, ਦੋਨਾਂ ਸਾਈਡ ਤੇ ਅਸੀਂ ਡਾਇਰੈਕਸ਼ਨ ਜਿਹੜੀ ਹੈ ਦਿਖਾਉਣੀ ਹੈ। ਤਾਂ ਲੈਫਟ ਹੈਂਡ ਸਾਈਡ ਤੇ ਤਾਂ ਕੌਣ ਡਾਇਰੈਕਸ਼ਨ ਰਿਪਰੈਜ਼ੈਂਟ ਕਰ ਰਿਹਾ, ਵੈਕਟਰ। ਤੇ ਰਾਈਟ ਹੈਂਡ ਸਾਈਡ ਤੇ ਕੌਣ ਰਿਪਰੈਜ਼ੈਂਟ ਕਰ ਰਿਹਾ, ਐਨ ਕੈਪ, ਜਿਹਨੂੰ ਅਸੀਂ ਯੂਨਿਟ ਵੈਕਟਰ ਦੇ ਨਾਮ ਨਾਲ ਜਾਣਦੇ ਆ। ਤਾਂ ਰਾਜੇ ਆਪਣੇ ਕੋਲ ਹੁਣ ਕੀ ਆ ਗਿਆ, ਐਨ ਵੈਕਟਰ। ਹੁਣ ਅਸੀਂ ਯੂਜ਼ ਕਰਾਂਗੇ ਰਾਈਟ ਹੈਂਡ ਥੰਬ ਰੂਲ। ਡਾਇਰੈਕਸ਼ਨ ਪਤਾ ਕਰਨੀ ਹੈ, ਮੈਗਨੀਟਿਊਡ ਪਤਾ ਲੱਗ ਗਿਆ ਕੀ ਆ, BA ਦੀ ਵੈਲਿਊ ਫਾਈਂਡ ਆਊਟ ਕਰ ਲਓ ਤਾਂ ਤੁਹਾਡੇ ਕੋਲ ਮੈਗਨੀਟਿਊਡ ਆ ਜੂ, ਤੇ ਜੇ ਡਾਇਰੈਕਸ਼ਨ ਫਾਈਂਡ ਆਊਟ ਕਰ ਲਈ ਤਾਂ ਆਪਣੇ ਕੋਲ ਏਰੀਆ ਆ ਜੂ। ਹੁਣ ਰਾਜੇ ਆਪਾਂ ਫਾਈਂਡ ਆਊਟ ਕਰਨੀ ਹੈ ਡਾਇਰੈਕਸ਼ਨ ਬਾਈ ਯੂਜ਼ਿੰਗ ਰਾਈਟ ਹੈਂਡ ਥੰਬ ਰੂਲ। ਹੁਣ ਅਸੀਂ ਫਾਈਂਡ ਕੀ ਕਰ ਰਹੇ ਹਾਂ, B क्रॉस A। ਤਾਂ ਇਹਦਾ ਮਤਲਬ ਜਿਹੜੀ ਆਪਣੀ ਫਿੰਗਰਸ ਨੇ ਉਹ ਕਿਹੜੀ ਸਾਈਡ ਅਲਾਈਨ ਹੋਣਗੀਆਂ, B ਸਾਈਡ ਤੇ ਆਪਣਾ ਫਿੰਗਰਸ ਨੂੰ ਅਲਾਈਨ ਕਰ ਲੈਣਾ ਹੈ। ਤੇ ਅਸੀਂ B ਸਾਈਡ ਤੋਂ ਲੈ ਕੇ A ਸਾਈਡ ਵੱਲ ਉਹਨਾਂ ਨੂੰ ਫਿੰਗਰਸ ਨੂੰ ਕੀ ਕਰ ਲੈਣਾ, ਘੁਮਾ ਲੈਣਾ ਹੈ। ਤੇ ਜਿਹੜੀ ਸਾਈਡ ਤੇ ਸਾਡਾ ਅੰਗੂਠਾ ਪੁਆਇੰਟ ਆਊਟ ਕਰ ਰਿਹਾ ਹੋਗਾ ਉਹ ਸਾਈਡ ਕੀ ਹੋਊਗੀ, ਸਾਡੀ ਡਾਇਰੈਕਸ਼ਨ ਆਫ ਦਾ ਏਰੀਆ। ਹੁਣ ਇਸ ਕੇਸ ਦੇ ਵਿੱਚ ਜੇ ਅਸੀਂ ਦੇਖੀਏ ਤਾਂ B ਸਾਈਡ ਵੱਲ ਤੁਸੀਂ ਆਪਣੀ ਫਿੰਗਰਸ ਨੂੰ ਅਲਾਈਨ ਕਰੋ B ਵੈਕਟਰ ਵੱਲ, ਤਾਂ ਉਹਨੂੰ ਘੁਮਾਉਣਾ ਹੈ A ਵੈਕਟਰ ਵੱਲ। ਤਾਂ ਤੁਹਾਡਾ ਜਿਹੜਾ ਅੰਗੂਠਾ ਹੈ ਉਹ ਕਿਸ ਸਾਈਡ ਪੁਆਇੰਟ ਆਊਟ ਕਰੇਗਾ, ਉਹ ਪੁਆਇੰਟ ਆਊਟ ਕਰੇਗਾ ਆਊਟਸਾਈਡ ਵੱਲ। ਤਾਂ ਡਾਇਰੈਕਸ਼ਨ ਏਰੀਆ ਦੀ ਜਦੋਂ B क्रॉस A ਫਾਈਂਡ ਆਊਟ ਕਰਾਂਗੇ ਏਰੀਆ, ਤਾਂ ਉਹਦੀ ਡਾਇਰੈਕਸ਼ਨ ਕੀ ਹੋਊਗੀ, ਉਹਨੂੰ ਕੀ ਹੋਊਗੀ, ਆਊਟਵਰਡ ਹੋਊਗੀ। ਤੇ ਆਊਟਵਰਡ ਨੂੰ ਅਸੀਂ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ, ਆਊਟਵਰਡ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਡਾਟ ਦੇ ਨਾਲ। ਇਹ ਅਸੀਂ ਕੀਤਾ ਸੀਗਾ ਰਾਈਟ ਹੈਂਡ ਥੰਬ ਰੂਲ ਦੇ ਨਾਲ, ਹੈ ਨਾ। ਪਰ ਹੁਣ ਅਸੀਂ ਫਾਈਂਡ ਆਊਟ ਜੇ ਕਰਨਾ ਹੋਵੇ ਰਾਜੇ, ਬਟ ਸੇਮ ਪ੍ਰੋਬਲਮ ਹੈ, ਤੇ ਅਸੀਂ ਫਾਈਂਡ ਆਊਟ ਕਰਨਾ ਹੈ A क्रॉस B ਨੂੰ। ਜੇ ਅਸੀਂ A क्रॉस B ਨੂੰ ਫਾਈਂਡ ਆਊਟ ਕਰਨਾ ਹੈ, ਉਹ ਵੀ ਏਰੀਆ ਹੀ ਹੈ, ਬਸ ਫਰਕ ਕਿਸ ਦਾ ਹੋਊਗਾ, ਡਾਇਰੈਕਸ਼ਨ ਦਾ। ਇਹਦਾ ਵੀ ਮੈਗਨੀਟਿਊਡ ਕਿੰਨਾ ਆ ਜਾਊਗਾ, ਉਹ ਆ ਜਾਊਗਾ ਆਪਣੇ ਕੋਲ AB, ਕਿਉਂਕਿ ਥੀਟਾ ਕਿੰਨਾ ਆਪਣੇ ਕੋਲ 90 ਡਿਗਰੀ, ਉਹ ਵੀ AB ਆ ਗਿਆ। ਲੇਕਿਨ ਫਰਕ ਕਿਸ ਦਾ, ਡਾਇਰੈਕਸ਼ਨ ਦਾ ਫਰਕ ਹੈ। ਕਿਸ ਤਰ੍ਹਾਂ ਦੇਖਦੇ ਹਾਂ, ਹੁਣ ਜੇ ਆਪਾਂ ਨੂੰ ਕਿਹਾ ਗਿਆ ਵੀ ਅਸੀਂ A क्रॉस B ਪਤਾ ਕਰਨਾ ਹੈ, ਤਾਂ ਆਪਾਂ A ਤੋਂ ਸ਼ੁਰੂ ਹੋ ਕੇ B ਵੱਲ ਜਾਣਾ ਹੈ। ਤਾਂ ਹੁਣ ਆਪਣੀ ਜਿਹੜੀ ਫਿੰਗਰਸ ਨੇ ਉਹ ਕਿਸ ਡਾਇਰੈਕਸ਼ਨ ਵੱਲ ਅਲਾਈਨ ਹੋਣਗੀਆਂ, ਉਹ ਅਲਾਈਨ ਹੋਣਗੀਆਂ A ਵੈਕਟਰ ਦੀ ਡਾਇਰੈਕਸ਼ਨ ਵੱਲ। ਤੇ ਜਾਣਾ ਕਿੱਥੇ ਅਸੀਂ, B ਵੈਕਟਰ ਵੱਲ। ਹੁਣ ਤੁਸੀਂ ਆਪਣੀ ਫਿੰਗਰਸ ਨੂੰ ਜਿਹੜਾ A ਵੈਕਟਰ ਵੱਲ ਰੱਖੋ ਤੇ ਉਹਨੂੰ ਮੋੜ ਦਿਓ, ਘੁਮਾ ਦਿਓ B ਵੱਲ, ਅੰਦਰ ਨੂੰ। ਤੁਹਾਡੀ ਉਂਗਲਸ ਅੰਦਰ ਨੂੰ ਘੁੰਮਣਗੇ ਤੇ ਅੰਗੂਠਾ ਨੀਚੇ ਨੂੰ ਰਹੇਗਾ। ਤਾਂ ਇੱਥੇ ਜਿਹੜੀ ਆਪਣੇ ਕੋਲ ਡਾਇਰੈਕਸ਼ਨ ਜਿਹੜੀ ਹੋਊਗੀ ਉਹ ਕੀ ਹੋਵੇਗੀ, ਉਹ ਹੋਵੇਗੀ ਇਨਵਰਡ ਹੋਵੇਗੀ। ਤੇ ਕ੍ਰਾਸ ਨੂੰ ਜਿਹੜਾ ਅਸੀਂ ਯੂਜ਼ ਕਰਦੇ ਹਾਂ ਟੂ ਰਿਪਰੈਜ਼ੈਂਟ ਇਨਵਰਡ ਡਾਇਰੈਕਸ਼ਨ। ਤਾਂ ਇੱਥੇ ਜਿਹੜਾ ਸਾਡਾ ਏਰੀਆ ਹੋਵੇਗਾ ਉਹ ਹੋਵੇਗਾ ਇਨਵਰਡ ਹੋਵੇਗਾ, ਜਦੋਂ ਅਸੀਂ A क्रॉस B ਫਾਈਂਡ ਆਊਟ ਕਰਨਾ ਹੈ। ਜਦੋਂ ਅਸੀਂ B ਵੈਕਟਰ क्रॉस A ਵੈਕਟਰ ਫਾਈਂਡ ਆਊਟ ਕਰਨਾ ਤੇ ਉਦੋਂ ਸਾਡਾ ਜਿਹੜਾ ਏਰੀਆ ਹੋਵੇਗਾ ਉਹ ਹੋਵੇਗਾ ਬਾਹਰ ਵੱਲ ਨੂੰ, ਆਊਟਵਰਡ, ਜਿਸ ਨੂੰ ਅਸੀਂ ਡਾਟ ਨਾਲ ਰਿਪਰੈਜ਼ੈਂਟ ਕੀਤਾ ਹੈ ਨਾ ਜੀ। ਤਾਂ ਇਸ ਤਰ੍ਹਾਂ ਅਸੀਂ ਕੀ ਕੀਤਾ ਰਾਜੇ, ਡਾਇਰੈਕਸ਼ਨਸ ਵੀ ਫਾਈਂਡ ਆਊਟ ਕਰ ਲਈ, ਤਾਂ ਮੈਗਨੀਟਿਊਡ ਵੀ ਫਾਈਂਡ ਆਊਟ ਕਰ ਲਿਆ ਕਿਹਦਾ, ਏਰੀਆ ਦਾ। ਲੈਟਸ ਸੀ ਕਾਰਟੀਜ਼ਨ ਕੋਆਰਡੀਨੇਟ ਸਿਸਟਮ ਦੇ ਵਿੱਚ ਅਸੀਂ ਵੋਲਿਊਮ ਕਿਸ ਤਰ੍ਹਾਂ ਫਾਈਂਡ ਆਊਟ ਕਰ ਸਕਦੇ ਹਾਂ। ਲੈਟਸ ਸਪੋਜ਼ ਸਾਡੇ ਕੋਲ ਇੱਕ ਸਿਸਟਮ ਹੈ ਜਿਸ ਦੇ ਵਿੱਚ ਅਸੀਂ ਕਿਊਬਿਕਲ ਵੋਲਿਊਮ ਦੇ ਰੱਖਿਆ
आई कैप जे कैप ਤੇ ਕੇ ਕੈਪ ਸਾਨੂੰ ਕੀ ਦੇ ਰੱਖੇ ਨੇ ਯੂਨਿਟ ਵੈਕਟਰ ਦੇ ਰੱਖੇ ਨੇ ਜੋ ਇਹ ਕਿਊਬਿਕਲ ਸਰਫੇਸ ਹੈ ਇਟ ਇਜ਼ ਕਨਫਾਈਨਡ ਬਾਈ 6 ਸਰਫੇਸਿਸ ਤੇ ਉਹ 6 ਸਰਫੇਸ ਕਿਹੜੇ ਨੇ ਉਹਨਾਂ ਬਾਰੇ ਵੀ ਦੇਖ ਲੈਂਦੇ ਆ ਫਸਟ ਸਰਫੇਸ ਆ ਸਾਡੇ ਕੋਲ ਫਰੰਟ ਜਿਸ ਨੂੰ ਅਸੀਂ A B C ਤੇ D ਦੇ ਨਾਮ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਸੈਕੰਡ ਆਪਣੇ ਕੋਲ ਹੈ ਬੈਕ ਜਿਸ ਨੂੰ ਅਸੀਂ H G F E ਦੇ ਨਾਮ ਦੇ ਨਾਲ ਰਿਪਰੈਜ਼ੈਂਟ ਕਰਾਂਗੇ ਨੈਕਸਟ ਸਾਡੇ ਕੋਲ ਲੈਫਟ ਜਿਹੜਾ ਸਰਫੇਸ ਹੈ ਸਾਡੇ ਕੋਲ ਜਿਹੜਾ ਕਿ ਪਲੇਨ Z ਤੇ X ਦੇ ਪੈਰਲਲ ਹੈ ਵਿਚ ਇਜ਼ AHED ਸਰਫੇਸ ਉਸ ਤੋਂ ਬਾਅਦ ਅਸੀਂ ਰਾਈਟ ਸਰਫੇਸ ਦੇਖ ਲੈਂਦੇ ਹਾਂ ਕਿ ਆਪਣੇ ਕੋਲ CFGB ਉਸ ਤੋਂ ਬਾਅਦ ਆਪਣੇ ਕੋਲ ਅਪ ਜਿਹੜਾ ਉੱਪਰ ਵਾਲਾ ਟੌਪ ਵਾਲਾ ਸਰਫੇਸ ਹੈ ਆਪਣੇ ਕੋਲ ਉਹ ਹੈਗਾ DEF ਤੇ DEF ਤੇ C ਤੇ ਆਪਣੇ ਕੋਲ ਬਾਟਮ ਵਾਲਾ ਸਰਫੇਸ ਹੈ ਉਹ ਹੈ ਆਪਣੇ ਕੋਲ AHG ਤੇ B ਤਾਂ ਇਹ ਆਪਣੇ ਕੋਲ 6 ਸਰਫੇਸ ਨੇ ਫਰੰਟ ਬੈਕ ਲੈਫਟ ਰਾਈਟ ਟੌਪ ਤੇ ਬਾਟਮ ਤਾਂ ਇਹ ਜਿਹੜੇ ਸਰਫੇਸਿਸ ਨੇ ਇਹਨਾਂ ਸਰਫੇਸਿਸ ਦੇ ਯੂਜ਼ ਕਰਕੇ ਅਸੀਂ ਕੀ ਫਾਈਂਡ ਆਊਟ ਕਰਾਂਗੇ ਏਰੀਆ ਵੈਕਟਰ ਪਹਿਲਾਂ ਫਾਈਂਡ ਆਊਟ ਕਰਾਂਗੇ ਫਿਰ ਅਸੀਂ ਦੇਖਦੇ ਹਾਂ ਕਿ ਇਸ ਵੋਲਿਊਮ ਕਿਸ ਤਰ੍ਹਾਂ ਜਿਹੜੀ ਹੈ ਫਾਈਂਡ ਆਊਟ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲਾਂ ਰਾਜੇ ਲੈਟ ਸਪੋਜ਼ ਜਿਹੜਾ ਆਪਾਂ ਇਹ ਸਾਈਡ ਜਿਹੜਾ ਆਪਾਂ ਨੂੰ ਦਿਖ ਰਹੀ ਹੈ AB ਸਾਈਡ ਇਹਨੂੰ ਸਪੋਜ਼ ਮੈਂ DY ਦਾ ਨਾਮ ਦੇ ਦਿੱਤਾ y ਦੇ ਅਲੋਂਗ ਹੈ ਤਾਂ ਮੈਂ ਇਸ ਸਾਈਡ ਨੂੰ ਸਪੋਜ਼ DY ਲਿਖਤਾ ਅਤੇ x ਦੇ ਅਲੋਂਗ ਸਪੋਜ਼ ਇਹ ਸਾਈਡ ਜਿਹੜੀ ਹੈ ਮੈਂ ਇਹਨੂੰ ਨਾਮ ਲਿਖ ਦਿੱਤਾ DX ਕਿਉਂਕਿ x ਦੇ ਅਲੋਂਗ ਹੈ ਤਾਂ ਮੈਂ ਇਹਨੂੰ DX ਜਿਹੜਾ ਨਾਮ ਦੇ ਦਿੱਤਾ ਅਤੇ ਜਿਹੜੇ z ਦੇ ਅਲੋਂਗ ਹੈ ਇਹ ਲੈਂਥ ਨੂੰ ਮੈਂ ਨਾਮ ਦੇ ਦਿੱਤਾ ਸਪੋਜ਼ DZ GF ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਕੀ ਬਣ ਗਈ GF ਲੈਂਥ ਬਣ ਗਈ DZ ਇਸ ਨੂੰ ਸਪੋਜ਼ ਮੈਂ DZ ਲਿਖਤਾ ਤਾਂ ਇਹ ਸਰਫੇਸਿਸ ਦੀ ਲੈਂਥ ਬ੍ਰੈਡਥ ਤੇ ਆਪਣੇ ਕੋਲ ਕੀ ਆ ਗਈ ਹਾਈਟ ਨੇ ਤੇ ਹੁਣ ਅਸੀਂ ਸਪੋਜ਼ ਕਰ ਰਹੇ ਨੇ ਵੀ ਜਿਹੜਾ ਆਪਣੇ ਕੋਲ ਆਹ ਵਾਲਾ ਏਰੀਆ ਆਹਾ BGFC ਇਹ ਵਾਲਾ ਏਰੀਆ BGFC ਇਹ ਵਾਲਾ ਏਰੀਆ ਸਾਡੇ ਕੋਲ ਸਪੋਜ਼ ਇਸ ਏਰੀਆ ਦਾ ਅਸੀਂ ਕੀ ਕਰਨਾ ਹੈ ਏਰੀਆ ਵੈਕਟਰ ਕੈਲਕੂਲੇਟ ਕਰਨਾ ਹੈ ਕਿ ਆਪਾਂ ਏਰੀਆ ਵੈਕਟਰ ਫਾਈਂਡ ਆਊਟ ਕਰਦੇ ਹਾਂ ਤਾਂ ਫਾਰਮੂਲਾ ਅਸੀਂ ਯੂਜ਼ ਕਿਹੜਾ ਕਰਾਂਗੇ ਫਾਰਮੂਲਾ ਅਸੀਂ ਯੂਜ਼ ਕਰਾਂਗੇ ਇੱਥੇ ਮੈਂ ਲਿਖ ਲੈਣਾ ਏਰੀਆ ਵੈਕਟਰ ਜਾਂ ਫਿਰ ਏਰੀਆ ਕਿਹਦਾ BGFC ਇੱਥੇ G ਨਹੀਂ ਆਉਣਾ ਰਾਜੇ ਇੱਥੇ BGFC ਦਾ ਆਵਲੇ ਸਰਫੇਸ ਦਾ ਤਾਂ ਇਹਦਾ ਜਿਹੜਾ ਆਪਣੇ ਕੋਲ ਏਰੀਆ ਆਏਗਾ ਉਹ ਕਿਹਦੇ ਬਰਾਬਰ ਆਏਗਾ ਉਹ ਆਏਗਾ DX into DZ ਤੇ ਜਿਹੜੀ ਇਹਦੀ ਡਾਇਰੈਕਸ਼ਨ ਹੋਵੇਗੀ ਰਾਜੇ ਉਹ ਕਿਸ ਤਰਫ ਹੋਵੇਗੀ ਉਹ ਹੋਵੇਗੀ y ਐਕਸਿਸ ਵੱਲ ਤੇ ਨਾਲ ਕੀ ਆ ਜਾਊਗਾ j ਕੈਪ ਇਹਦੇ ਨਾਲ ਯੂਨਿਟ ਵੈਕਟਰ ਆਪਣੇ ਕੋਲ ਆ ਜਾਏਗਾ ਇਹ ਤਾਂ ਇਹ ਸੀਗਾ ਆਪਣੇ ਕੋਲ BGFC ਦੇ ਵੱਲ ਜਿਹੜਾ ਅਸੀਂ ਏਰੀਆ ਵੈਕਟਰ ਫਾਈਂਡ ਆਊਟ ਕੀਤਾ ਹੁਣ ਅਸੀਂ ਦੇਖਦੇ ਆ ਰਾਜੇ ਹੁਣ ਜਿਹੜਾ ਆਪਣੇ ਕੋਲ ਆਹ ਸਰਫੇਸ ਹੈ ਉੱਪਰ ਵਾਲਾ ਟੌਪ ਵਾਲਾ ਸਰਫੇਸ ਇੱਥੇ ਮੈਂ ਲਿਖ ਲੈਣਾ ਆਪਣੇ ਕੋਲ ਸਰਫੇਸ ਹੈ ਸਪੋਜ਼ ਆਪਾਂ ਨਾਮ ਇਹਨੂੰ ਦਿੱਤਾ ਸੀ DEFC ਆਹ ਵਾਲਾ ਸਰਫੇਸ ਆ ਆਪਣੇ ਕੋਲ DEFC ਸਰਫੇਸ ਹੈ ਨਾ ਤਾਂ ਇਹ ਸਰਫੇਸ ਦਾ ਜਿਹੜਾ ਏਰੀਆ ਹੋਵੇਗਾ ਉਹ ਕੀ ਹੋਵੇਗਾ ਬਾਹਰ ਵੱਲ ਨੂੰ ਹੋਵੇਗਾ ਜਿਹੜਾ ਇਸ ਸਰਫੇਸ ਦਾ ਏਰੀਆ ਉਹ ਕੀ ਹੋਵੇਗਾ ਆਊਟਸਾਈਡ ਹੋਵੇਗਾ ਆਊਟਵਰਡ ਹੋਊਗੀ ਉਹਦੀ ਡਾਇਰੈਕਸ਼ਨ ਹੈ ਨਾ ਤੇ ਪਰਪੈਂਡੀਕੂਲਰ ਹੋਵੇਗਾ ਉਸ ਸਰਫੇਸ D ਇੱਥੇ ਆਪਣੇ ਕੋਲ ਕੀ ਸੀਗਾ C ਸੀਗਾ DEFC ਦੇ ਇਸ ਦੇ ਕੀ ਹੋਵੇਗਾ ਪਰਪੈਂਡੀਕੂਲਰ ਹੋਵੇਗਾ ਤਾਂ ਇਸ ਤੋਂ ਬਾਹਰ ਵੱਲ ਨੂੰ ਹੋਵੇਗਾ ਏਰੀਆ ਵੈਕਟਰ ਹੈ ਨਾ ਤਾਂ ਆਪਣੇ ਕੋਲ ਏਰੀਆ ਕਿੰਨਾ ਆ ਗਿਆ ਰਾਜੇ ਏਰੀਆ ਆਪਣੇ ਕੋਲ ਕਿੰਨਾ ਆ ਗਿਆ ਏਰੀਆ ਇਜ਼ ਇਕੁਅਲ ਟੂ ਆ ਗਿਆ ਆਪਣੇ ਕੋਲ DX ਹੁਣ ਦੇਖੋ ਆ ਆਪਣੇ ਕੋਲ DX ਹੈ ਤੇ ਆ ਵੀ ਆਪਣੇ ਕੋਲ ਕਿੰਨਾ ਹੈ DX ਹੈ ਨਾ ਤੇ ਜਿਹੜੀ ਆ DY ਹੈ ਤੇ ਆ ਵੀ ਆਪਣੇ ਕੋਲ ਕਿੰਨੀ ਹੈ ਰਾਜੇ DY ਹੈ ਤਾਂ ਆਪਣੇ ਕੋਲ ਏਰੀਆ ਕਿੰਨਾ ਆ ਗਿਆ DEFC ਦਾ ਉਹ ਆ ਗਿਆ ਆਪਣੇ ਕੋਲ DX into DY ਮਲਟੀਪਲਾਈ ਬਾਈ K ਕੈਪ ਕਿਉਂਕਿ Z ਐਕਸਿਸ ਦੇ ਅਲੋਂਗ ਹੈ K ਕੈਪ ਉਹਦੇ ਵੱਲ ਜਾ ਰਿਹਾ ਤਾਂ ਆਪਾਂ K ਕੈਪ ਨਾਲ ਨੂੰ ਰਿਪਰੈਜ਼ੈਂਟ ਕਰਾਂਗੇ ਡਾਇਰੈਕਸ਼ਨ ਨੂੰ ਹੁਣ ਨੈਕਸਟ ਅਸੀਂ ਜਿਹੜਾ ਹੈ ਦੇਖ ਲੈਂਦੇ ਹਾਂ ਆਪਣੇ ਕੋਲ ਸਿਮਿਲਰਲੀ ਜਿਹੜਾ ਆਪਣੇ ਕੋਲ ਫਰੰਟ ਵਾਲਾ ਏਰੀਆ ਫਰੰਟ ਦਾ ਸਰਫੇਸ ਹੈ ਉਹ ਆਪਣੇ ਕੋਲ ਕੀ ਦੇ ਰੱਖਿਆ ਉਹ ਦੇ ਰੱਖਿਆ ABCD ਹੈ ਨਾ ਤੇ ABCD ਜਿਹੜਾ ਫਰੰਟ ਆਪਣੇ ਕੋਲ ਇਸ ਦੀ ਗੱਲ ਕਰੀਏ ਤਾਂ ਏਰੀਆ ਵੈਕਟਰ ਜਿਹੜਾ ਹੋਗਾ ਉਹ ਕੀ ਹੋਗਾ ਆਊਟਸਾਈਡ ਹੋਗਾ ਇੱਥੇ ਮੈਂ ਬਣਾ ਕੇ ਦਿਖਾ ਦਿੰਦਾ ਲਾਈਕ ਦਿਸ ਆਪਣੇ ਕੋਲ ਸਪੋਜ਼ ਆਹ ਇਹਨੂੰ ਰਿਪਰੈਜ਼ੈਂਟ ਕਰ ਰਿਹਾ ਏਰੀਆ ਵੈਕਟਰ ਨੂੰ ABCD ਸਰਫੇਸ ਦੇ ਲਈ ਤਾਂ ਏਰੀਆ ਕਿੰਨਾ ਆ ਜਾਊਗਾ ਰਾਜੇ ਏਰੀਆ ਆ ਜਾਊਗਾ ਆਪਣੇ ਕੋਲ ਡੈਟ ਇਜ਼ ਹੁਣ ਆਪਣੇ ਕੋਲ ਆਹ ਜਿਹੜਾ ਫਰੰਟ ਹੈ ABCD ਇਹਦੇ ਲਈ ਆਪਣੇ ਕੋਲ ਆਹ DY AB ਸਾਈਡ ਕਿੰਨੀ ਹੈ ਆਪਣੇ ਕੋਲ DY ਦੇ ਰੱਖੀ ਹੈ ਤੇ ਜਿਹੜੀ BC ਸਾਈਡ ਹੈ ਜਾਂ ਫਿਰ AD ਸਾਈਡ ਦੀ ਗੱਲ ਕਰੀਏ ਉਹ ਆਪਣੇ ਕੋਲ ਕਿੰਨੀ ਹੈ ਡੈਟ ਇਜ਼ DZ ਤਾਂ ਏਰੀਆ ਵੈਕਟਰ ਕਿੰਨਾ ਲਿਖ ਦਾਂਗੇ ਏਰੀਆ ਵੈਕਟਰ ਆ ਜਾਊਗਾ ਆਪਣੇ ਕੋਲ DY into DZ ਤੇ ਨਾਲ ਯੂਨਿਟ ਵੈਕਟਰ ਕਿਹੜਾ ਆਊਗਾ ਉਹ ਆਊਗਾ ਆਪਣੇ ਕੋਲ I ਕੈਪ ਤਾਂ ਜੇ ਆਪਾਂ ਤਿੰਨ ਸਰਫੇਸ ਦਾ ਜਿਹੜਾ ਏਰੀਆ ਲਿਖ ਚੁੱਕੇ ਹਾਂ
ਹੁਣ ਅਗਰ ਗੱਲ ਕਰੀਏ ਚੌਥੇ ਸਰਫੇਸ ਦੀ, ਇੱਥੇ ਮੈਂ ਜਗ੍ਹਾ ਬਣਾ ਲੈਣਾ, ਆਪਣੇ ਕੋਲ ਜਗ੍ਹਾ ਦੀ ਕਮੀ ਹੋਗੀ। ਫੋਰਥ ਸਰਫੇਸ ਆਪਣੇ ਕੋਲ ਕਿਹੜਾ ਆਊਗਾ? ਫੋਰਥ ਸਰਫੇਸ ਆਪਣੇ ਕੋਲ ਹੈਗਾ ਰਾਜੇ, ਆਪਾਂ ਸਭ ਤੋਂ ਪਹਿਲਾਂ ਇੱਥੇ ਜਗ੍ਹਾ ਬਣਾ ਲਈਏ, ਥੋੜੀ ਜਿਹੀ ਜਗ੍ਹਾ ਦੇ ਨਾਲ ਥੋੜਾ ਠੀਕ ਹੋ ਜਾਂਦਾ। ਲਓ ਜੀ, ਹੁਣ ਆਪਣੇ ਕੋਲ ਕਿਹੜੇ ਕਿਹੜੇ ਏਰੀਆ ਕਵਰ ਹੋ ਚੁੱਕੇ ਨੇ? ਸਭ ਤੋਂ ਪਹਿਲਾਂ ਅਸੀਂ ਕਵਰ ਕੀਤਾ BGFC, ਤਾਂ ਆਪਣੇ ਕੋਲ ਇਹ ਸੀਗਾ ਰਾਈਟ ਸਾਈਡ ਵਾਲਾ ਨਾ, ਰਾਈਟ ਏਰੀਆ। ਉਸ ਤੋਂ ਬਾਅਦ ਅਸੀਂ ਕਵਰ ਕੀਤਾ DEFC ਤਾਂ ਇਹ ਕਿਹੜਾ ਸੀ ਆਪਣੇ ਕੋਲ? ਟੌਪ ਵਾਲਾ। ਨੈਕਸਟ ਅਸੀਂ ਕਵਰ ਕੀਤਾ ABCD, ਤਾਂ ਇਹ ਸੀ ਆਪਣੇ ਕੋਲ ਫਰੰਟ। ਤਾਂ ਫਰੰਟ ਹੋ ਗਿਆ, ਟੌਪ ਹੋ ਗਿਆ ਤੇ ਰਾਈਟ ਹੋ ਗਿਆ। ਹੁਣ ਅਸੀਂ ਅਗਰ ਨੈਕਸਟ ਜਿਹੜੀ ਗੱਲ ਕਰੀਏ ਉਹ ਸਰਫੇਸ ਦੀ, ਉਹ ਆਪਣੇ ਕੋਲ ਹੈ ਰਾਜੇ EFG ਤੇ H, ਇਹ ਆਪਣੇ ਕੋਲ ਬੈਕ ਸਾਈਡ ਵਾਲਾ ਏਰੀਆ। ਤਾਂ ਆਪਾਂ ਗੱਲ ਕਰੀਏ EFGH ਇਸ ਏਰੀਏ ਦੀ, ਤਾਂ ਇਸ ਏਰੀਆ ਦਾ ਜਿਹੜਾ ਏਰੀਆ ਵੈਕਟਰ ਹੋਵੇਗਾ ਉਹ ਆਪਣੇ ਕੋਲ ਕਿਸ ਬਰਾਬਰ ਹੋਵੇਗਾ? ਹੁਣ ਦੇਖੋ ਰਾਜੇ, ਆਪਣੇ ਕੋਲ ਜਿਹੜੇ ਆ ਸਾਈਡ ਦੇ ਰੱਖੀ ਹੈ FG ਸਾਈਡ ਦੇ ਰੱਖੀ ਹੈ, ਇਹ ਆਪਾਂ ਨੂੰ ਕਿੰਨੀ ਦੇ ਰੱਖੀ ਹੈ? DZ ਦੇ ਰੱਖੀ ਹੈ। ਤੇ ਜਿਹੜੀ ਸਾਈਡ HG ਹੈ ਆਪਣੇ ਕੋਲ, ਉਹ ਕਿੰਨੀ ਆਜੂ? ਉਹ ਆਜੂ DY। ਤਾਂ ਇੱਥੇ ਅਸੀਂ ਆਪਾਂ EFGH ਦਾ ਜਿਹੜਾ ਸਰਫੇਸ ਏਰੀਆ ਵੈਕਟਰ ਹੈ ਉਹ ਆਪਣੇ ਕੀ ਹੋਊਗਾ? ਉਹ ਹੋਊਗਾ ਇਸ ਸਾਈਡ ਹੋਊਗਾ, ਆ ਏਰੀਆ ਹੋਊਗਾ ਬਾਹਰ ਵੱਲ ਨੂੰ, ਇੱਧਰਲੀ ਬੈਕ ਸਾਈਡ ਦੇ ਵੱਲ ਨੂੰ, ਹੈ ਨਾ। ਤਾਂ ਇਸ ਦਾ ਜਿਹੜਾ ਡਾਇਰੈਕਸ਼ਨ ਆ ਉਹ ਇਸ ਸਾਈਡ ਨੂੰ ਹੋਊਗੀ। ਇਸ ਸਾਈਡ ਦਾ ਮਤਲਬ ਕੀ ਹੈ? -I ਕੈਪ ਦੇ ਵੱਲ ਹੋਵੇਗੀ, ਕਿਉਂਕਿ ਆਪਣੀ ਜਿਹੜੀ ਆ ਡਾਇਰੈਕਸ਼ਨ ਹੈ ਇਹ I ਕੈਪ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਤੇ ਇਹਦੇ ਆਪੋਜ਼ਿਟ ਆਪਣੇ ਕੋਲ ਕੀ ਹੈ? -I ਕੈਪ, ਹੈ ਨਾ। ਤਾਂ ਡਾਇਰੈਕਸ਼ਨ ਤਾਂ ਅਸੀਂ ਲਿਖ ਲਈ। ਹੁਣ ਗੱਲ ਕਰਦੇ ਹਾਂ ਵੀ ਆਪਣੇ ਕੋਲ ਏਰੀਆ ਕਾਹਦੇ ਬਰਾਬਰ ਆਊਗਾ? ਏਰੀਆ ਬਰਾਬਰ ਆਊਗਾ DY ਇੰਟੂ DZ -I ਕੈਪ ਦੀ। ਤਾਂ ਇਹ ਆਪਣੇ ਕੋਲ ਕਿਸ ਦਾ ਏਰੀਆ ਆ ਗਿਆ? ਇਹ ਆ ਗਿਆ ਏਰੀਆ ਆਫ EFGH, ਜਿਸ ਨੂੰ ਅਸੀਂ ਕਹਾਂਗੇ ਬੈਕ ਸਾਈਡ, ਹੈ ਨਾ। ਤਾਂ ਫਰੰਟ ਵੀ ਆ ਗਿਆ, ਬੈਕ ਵੀ, ਟੌਪ ਵੀ ਤੇ ਰਾਈਟ ਵੀ। ਹੁਣ ਗੱਲ ਕਰੀਏ ਲੈਫਟ ਸਾਈਡ ਦੀ। ਲੈਫਟ ਸਾਈਡ ਕਿੰਨੀ ਆਪਣੇ ਕੋਲ? ਉਹ ਹੈ ਰਾਜੇ ADEH। ਤਾਂ AD ਸਾਈਡ ਆਪਣੇ ਕੋਲ ਨਹੀਂ ਦੇ ਰੱਖੀ ਹੈ, ਉਹ ਦੇ ਰੱਖੀ ਹੈ DZ। ਤੇ ਜਿਹੜੀ AH ਸਾਈਡ ਆ ਉਹ ਆਪਣੇ ਕੋਲ ਕਿੰਨੀ ਆ? AX। ਤੇ ਜਿਹੜਾ ਆਹ ਰਾਜੇ ਏਰੀਆ ਸਰਫੇਸ ਹੈ, ਇਹਦਾ ਜਿਹੜਾ ਏਰੀਆ ਵੈਕਟਰ ਹੋਊਗਾ ਉਹ ਹੋਊਗਾ ਇਸ ਸਾਈਡ ਨੂੰ, ਲੈਫਟ ਹੈਂਡ ਸਾਈਡ ਨੂੰ। ਤਾਂ ਇਸ ਸਾਈਡ ਆਪਣੇ ਕੋਲ ਕਿਹੜੀ ਡਾਇਰੈਕਸ਼ਨ ਹੈ? ਇਹ ਆਪਣੇ ਕੋਲ ਹੈ -J ਕੈਪ। ਤਾਂ ਏਰੀਆ ਕਿੰਨਾ ਆ ਗਿਆ ਆਪਣੇ ਕੋਲ? ਏਰੀਆ ਇਜ਼ ਇਕੁਅਲ ਟੂ ਆ ਗਿਆ DZ ਇੰਟੂ DX ਇੰਟੂ -J ਕੈਪ ਦੇ ਇਕੁਅਲ। ਚਲੋ ਜੀ, ਲੈਫਟ ਸਾਈਡ ਵੀ ਜਿਹੜੀ ਸਾਡੀ ਕੰਪਲੀਟ ਹੋ ਗਈ, ਰਾਈਟ ਵੀ ਕੰਪਲੀਟ ਹੋ ਗਈ, ਟੌਪ ਵੀ, ਫਰੰਟ ਵੀ। ਹੁਣ ਆਪਣੀ ਕਿਹੜੀ ਰਹਿ ਗਈ? ਬੋਟਮ ਸਾਈਡ ਜਾਂ ਫਿਰ ਡਾਊਨਵਰਡ ਸਾਈਡ ਨਾ, ਕਿਹੜੀ ਆਪਣੇ ਕੋਲ? AHGB। ਇਹਦਾ ਜਿਹੜਾ ਏਰੀਆ ਵੈਕਟਰ ਹੋਵੇਗਾ ਉਹ ਹੋਵੇਗਾ ਡਾਊਨਵਰਡ ਹੋਵੇਗਾ, ਨੀਚੇ ਵੱਲ ਨੂੰ ਇਸ ਤਰਫ ਏਰੀਆ ਵੈਕਟਰ ਨਾ। ਤੇ ਇਹ ਸਾਈਡ ਆਪਣੇ ਕੋਲ ਕਿਹੜੀ ਹੈ? ਇਹ ਆਪਣੇ ਕੋਲ ਹੈ -K ਕੈਪ ਦੀ ਸਾਈਡ। ਤਾਂ ਰਾਜੇ ਆਪਣੇ ਕੋਲ ਕਿੰਨਾ ਆ ਗਿਆ ਏਰੀਆ ਇਸ ਸਾਈਡ ਦਾ? ਡੈਟ ਇਜ਼ ਇਕੁਅਲ ਟੂ, ਹੁਣ ਦੇਖੋ ਆਪਣੇ ਕੋਲ AHG ਤੇ B ਹੈ, AHGB ਆਪਣੇ ਕੋਲ ਇੱਥੇ HA ਜਾਂ ਫਿਰ ਆਪਾਂ ਗੱਲ ਕਰੀਏ BG, ਇਹ ਸਾਈਡ ਕਿੰਨੀਆਂ ਨੇ? DX ਨੇ। ਤੇ ਜਿਹੜੀ AB ਸਾਈਡ ਆ ਉਹ ਆਪਾਂ ਨੂੰ ਕਿੰਨੀ ਦੇ ਰੱਖੀ ਹੈ? ਡੈਟ ਇਜ਼ DY। ਤਾਂ ਕਿੰਨਾ ਆ ਗਿਆ? DX ਇੰਟੂ DY ਮਲਟੀਪਲਾਈ ਬਾਈ -K ਕੈਪ। ਤਾਂ ਅਸੀਂ ਜਿਹੜਾ ਹੈ ਏਰੀਆ ਵੈਕਟਰ ਫਾਈਂਡ ਆਊਟ ਕਰ ਲਏ, ਸਾਰੇ ਸਰਫੇਸਿਸ 6 ਦੇ 6 ਸਰਫੇਸਿਸ ਦਾ ਏਰੀਆ ਵੈਕਟਰ ਫਾਈਂਡ ਆਊਟ ਕਰ ਲਏ। ਹੁਣ ਏਰੀਆ ਵੈਕਟਰ ਜਿਹੜਾ ਰਾਜੇ ਸਾਨੂੰ ਪਤਾ ਹੋਣਾ ਚਾਹੀਦਾ ਫਾਈਂਡ ਕਿਸ ਤਰ੍ਹਾਂ ਕਰਨਾ ਹੈ। ਇਸ ਤੋਂ ਬਾਅਦ ਹੀ ਅਸੀਂ ਜਿਹੜਾ ਵੋਲਿਊਮ ਫਾਈਂਡ ਆਊਟ ਕਰ ਪਾਵਾਂਗੇ। ਤੇ ਸਾਨੂੰ ਇਹ ਵੀ ਪਤਾ ਜਿਹੜੀ ਵੋਲਿਊਮ ਆ ਉਹ ਕੀ ਹੈ? ਸਕੇਲਰ ਕੁਆਂਟੀਟੀ ਹੈ, ਉਹ ਡਾਇਰੈਕਸ਼ਨ ਤੇ ਤਾਂ ਡਿਪੈਂਡ ਹੀ ਨਹੀਂ ਕਰਦੀ। ਤੇ ਅਸੀਂ ਡਾਇਰੈਕਸ਼ਨ ਜਿਹੜੀ ਹੈ ਜੇ ਚੇਂਜ ਕਰ ਦੇਵਾਂਗੇ ਇਸ ਬਾਕਸ ਦੀ, ਸਪੋਜ਼ ਇਸ ਬਾਕਸ ਦੀ ਜਿਹੜੀ ਡਾਇਰੈਕਸ਼ਨ ਹੈ ਮੈਂ ਉਲਟਾਤੀ, ਇਸ ਕਿਊਬਿਕਲ ਬਾਕਸ ਨੂੰ ਉਲਟਾਤਾ। ਹੁਣ ਜੀ ਵੋਲਿਊਮ ਤਾਂ ਜਿਹੜੀ ਉਹ ਸੇਮ ਰਹੂਗੀ, ਵੋਲਿਊਮ ਤਾਂ ਨਹੀਂ ਚੇਂਜ ਹੁੰਦੀ, ਪਰ ਜਿਹੜਾ ਏਰੀਆ ਵੈਕਟਰ ਹੈ ਉਹਦੀ ਡਾਇਰੈਕਸ਼ਨਸ ਜਿਹੜੀਆਂ ਨੇ ਉਹ ਚੇਂਜ ਹੋ ਜਾਣਗੀਆਂ। ਤੇ ਜੇ ਗੱਲ ਕਰੀਏ ਨਾ, ਇੱਕ ਆਪਣੇ ਕੋਲ ਸਪੈਸ਼ਲ ਕੇਸਿਸ ਨੇ, ਸਪੈਸ਼ਲ ਕੇਸ ਦੀ ਗੱਲ ਕਰੀਏ ਤਾਂ ਸਪੈਸ਼ਲ ਕੇਸ ਸਪੋਜ਼ ਜਿਹੜਾ ਆਪਣੇ ਕੋਲ ABCD, ਇਹ ਆਪਾਂ ਸਾਈਡ ਮੰਨੀ ਹੈ ਨਾ, ABCD ਜਿਹੜੀ ਸਾਈਡ ਹੈ, ਫਰੰਟ ਸਾਈਡ ਹੈ ਨਾ, ਇਹ ਸਾਈਡ ਜਿਹੜੀ ਹੈ ਇਹ ਪੈਰਲਲ ਹੈ ਕਿਸ ਪਲੇਨ ਦੇ? ਇਹ ਪੈਰਲਲ ਹੈ YZ ਪਲੇਨ ਦੇ। ਤੇ ਜੇ ਗੱਲ ਕਰੀਏ ਆਪਣੇ ਕੋਲ ਜਿਹੜੀ ਸਾਈਡ ਸਪੋਜ਼ ਕੀਤੀ ਸੀ ਆਪਾਂ AHED ਲੈਫਟ ਹੈਂਡ ਸਾਈਡ ਵਾਲੀ ਹੈ ਨਾ, ਇਹ ਸਾਈਡ ਜਿਹੜੀ ਆਪਣੇ ਕੋਲ ਜਿਹੜਾ ਜੇ ਪੈਰਲਲ ਹੈ, ਇਹ ਪੈਰਲਲ ਹੈ XZ ਪਲੇਨ ਦੇ। ਤਾਂ ਕੁਝ ਇਹੋ ਜਿਹੇ ਜਿਹੜੀ ਸਰਫੇਸਿਸ ਨੇ ਜਿਹੜੇ ਪੈਰਲਲ ਨੇ, ਸਿਮੈਟ੍ਰੀਕਲ ਨੇ, ਇਹਨਾਂ ਵਾਸਤੇ ਜਿਹੜੀ ਵੋਲਿਊਮ ਹੈ ਉਹਨੂੰ ਅਸੀਂ ਕੱਢ ਸਕਦੇ ਹਾਂ ਡਾਇਰੈਕਟ ਫਾਰਮੂਲਾ ਯੂਜ਼ ਕਰਕੇ ਕਿ ਏਰੀਆ ਆਫ ਬੇਸ ਇਨਟੂ ਹਾਈਟ, ਕਿ ਏਰੀਆ ਆਫ ਬੇਸ ਦੀ ਮਲਟੀਪਲਾਈ ਕਰ ਦਿਓ ਹਾਈਟ ਦੇ ਨਾਲ। ਏਰੀਆ ਤਾਂ ਅਸੀਂ ਆਲਰੇਡੀ ਸਾਰੇ ਸਰਫੇਸਿਸ ਦਾ ਕੱਢੀ ਬੈਠੇ ਹਾਂ, ਤੇ ਉਹਦੀ ਡਾਇਰੈਕਟ ਮਲਟੀਪਲਾਈ ਕਿਹਦੇ ਨਾਲ ਕਰ ਦਾਂਗੇ? ਜਸਟ ਹਾਈਟ ਦੇ ਨਾਲ। ਹੁਣ ਅਗਰ ਗੱਲ ਕਰੀਏ ਆਹ ABCD ਇਸ ਫਰੰਟ ਦੀ, ਤਾਂ ਵੋਲਿਊਮ
ਕਿੰਨਾ ਹੋਵੇਗਾ ਵੋਲਿਊਮ ਕੀ ਹੋਵੇਗਾ ਆਪਾਂ ਨੂੰ ਪਤਾ ਏਰੀਆ ਕਿੰਨਾ ਇਹਦਾ ਏਰੀਆ ਹੈਗਾ dx dy ਤੇ ਇਹਦੀ ਹਾਈਟ ਕਿੰਨੀ ਹੈ ਉਹ ਆਪਣੇ ਕੋਲ ਦੇ ਰੱਖੀ ਹੈ dz ਤਾਂ ਆਪਣੇ ਕੋਲ ਇੱਥੇ ਏਰੀਆ ਕਿੰਨਾ ਆ ਗਿਆ dx dy ਤੇ dz ਆ ਗਿਆ ਤਾਂ ਆਪਾਂ ਨੂੰ ਪਤਾ ਰਾਜੇ ਵੋਲਿਊਮ ਜਿਹੜੀ ਆ ਉਹ ਸਕੇਲਰ ਕੁਆਂਟੀਟੀ ਹੈ ਪਰ ਅਗਰ ਅਸੀਂ ਇਹਨੂੰ ਕਿਊਬਿਕਲ ਜਿਹੜਾ ਬਾਕਸ ਇਹਨੂੰ ਰੋਟੇਟ ਕਰ ਦਿੰਦੇ ਆ ਤਾਂ ਵੋਲਿਊਮ ਤੇ ਤਾਂ ਫਰਕ ਨਹੀਂ ਪੈਣਾ ਲੇਕਿਨ ਏਰੀਆ ਵੈਕਟਰ ਜਿਹੜੀ ਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਵੇਗੀ ਸੋ ਏਰੀਆ ਡਾਇਰੈਕਸ਼ਨ ਤੇ ਡਿਪੈਂਡ ਕਰਦੀ ਹੈ ਤੇ ਵੋਲਿਊਮ ਕੀ ਆਪਣੇ ਕੋਲ ਵੋਲਿਊਮ ਇਜ਼ ਅ ਸਕੇਲਰ ਕੁਆਂਟੀਟੀ ਆਪਣੇ ਕੋਲ ਵੋਲਿਊਮ ਕੀ ਹੈ ਸਕੇਲਰ ਕੁਆਂਟੀਟੀ ਹੈ ਤਾਂ ਇਸ ਤਰ੍ਹਾਂ ਅਸੀਂ ਜਿਹੜਾ ਵੋਲਿਊਮ ਫਾਈਂਡ ਆਊਟ ਕਰ ਸਕਦੇ ਹਾਂ ਕਾਰਟੀਜ਼ਨ ਕੋਆਰਡੀਨੇਟ ਦੇ ਕਾਰਟੀਜ਼ਨ ਕੋਆਰਡੀਨੇਟ ਪਲੇਨ ਦੇ ਵਿੱਚ ਤਾਂ ਜੇ ਇਹ ਆਪਣੇ ਕੋਲ ਸੀ ਅੱਜ ਦਾ ਲੈਕਚਰ ਫਸਟ ਸੈਕੰਡ ਲੈਕਚਰ ਦੇ ਵਿੱਚ ਅਸੀਂ ਸਫੈਰੀਕਲ ਪੋਲਰ ਕੋਆਰਡੀਨੇਟਸ ਦੇ ਅਕੋਰਡਿੰਗ ਫਾਈਂਡ ਆਊਟ ਕਰਾਂਗੇ ਵੋਲਿਊਮ ਡਿਸਪਲੇਸਮੈਂਟ ਵੈਲੋਸਿਟੀ ਐਸਲਰੇਸ਼ਨ ਨੂੰ ਤਾਂ ਅਗਰ ਤੁਹਾਨੂੰ ਲੈਕਚਰ ਚੰਗਾ ਲੱਗਿਆ ਹੋਵੇ ਤਾਂ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ